ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 108 ਤੇ ਹੇਠਲਾ ਪੈਰਾ ਹੇਠੋਂ 6ਵੀਂ ਪੰਕਤੀ ਹੈ। ਮਾਝ ਮਹਿਲਾ ਪੰਜਵਾਂ। ਸੋਈ ਕਰਨਾ ਜੇ ਆਪ ਕਰਾਏ, ਜਿੱਥੈ ਰੱਖੈ ਸਾ ਭਲੀ ਜਾਏ। ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗੈ ਜਿਸ ਮੀਠਾ ਜੀਉ। ਸਭ ਪਰੋਈ ਇਕਤ ਧਾਗੈ। ਇਹਨੂੰ ਇਕੱਤ ਨਹੀਂ ਪੜ੍ਹਨਾ, ਇਕਤ ਪੜ੍ਹਨਾ। ਇੱਕ ਸਭ ਪਰੋਈ ਇਕਤ ਧਾਗੈ, ਜਿਸ ਲਾਏ ਲਏ ਸੋ ਚਰਨੀ ਲਾਗੈ। ਊਂਦ ਕਵਲ ਜਿਸ ਹੋਏ ਪ੍ਰਗਸ, ਤਿਨ ਸਰਬ ਨਿਰੰਜਨ ਡੀਠਾ ਜੀਉ। ਤੇਰੀ ਮਹਿਮਾ ਤੂੰ ਹੈ ਜਾਣੈ। ਜਦੋਂ ਤੂੰ ਆ ਜਾਏ ਤਾਂ ਅੱਗੇ ਹੈ ਨਹੀਂ ਹੁੰਦਾ, ਹੈ ਹੁੰਦਾ। ਜਿਵੇਂ ਤੂੰ ਜਾਂਦਾ ਹੈ, ਤੂੰ ਰੋਟੀ ਖਾਂਦਾ ਹੈ। ਤੇਰੀ ਮਹਿਮਾ ਤੂੰ ਹੈ ਜਾਣੈ। ਆਪਣਾ ਆਪ ਤੂੰ ਆਪ ਪਛਾਣੈ। ਹੋਂ ਬਲਿਹਾਰੀ ਸੰਤਨ ਤੇਰੇ, ਜਿਨ ਕਾਮ ਕ੍ਰੋਧ ਲੋਭ ਪੀਠਾ ਜੀਉ। ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਜਿਨ ਦੇਖੇ ਸਭ ਉਤਰਹਿ ਕਲਮਲ। ਨਾਨਕ ਨਾਮ ਧਿਆਏ ਧਿਆਏ ਜੀਵੈ, ਬਿਨਸਿਆ ਭ੍ਰਮ ਭਉ ਢੀਠਾ ਜੀਉ। ਜਦੋਂ ਦਾ ਰਾਰਾ ਪੂਰਾ ਹੋਵੇ ਫਿਰ ਪੜ੍ਹਨਾ ਭਰਮ। ਉਹਦਾ ਪੰਜਾਬੀ ਦਾ ਸ਼ਬਦ। ਜਦੋਂ ਭੱਬੇ ਦੇ ਪੈਰ 'ਚ ਰਾਰਾ ਹੋਵੇ ਫਿਰ ਇਹ ਹਿੰਦੀ ਦਾ ਸ਼ਬਦ ਹੁੰਦਾ, ਫਿਰ ਪੜ੍ਹਨਾ ਭ੍ਰਮ। ਹਿੰਦੀ ਵਾਲੇ ਕਹਿੰਦੇ ਭ੍ਰਮ, ਆਪਾਂ ਪੰਜਾਬੀ ਲਹਿਜ਼ੇ ਕਹਿੰਦੇ ਭ੍ਰਮ। ਨਾਨਕ ਨਾਮ ਧਿਆਏ ਧਿਆਏ ਜੀਵੈ, ਬਿਨਸਿਆ ਭ੍ਰਮ ਭਉ ਢੀਠਾ ਜੀਉ। ਪੰਜ ਪਾਤਸ਼ਾਹ ਫਰਮਾਨ ਕਰਦੇ ਨੇ, ਸੋਈ ਕਰਨਾ ਜੇ ਆਪ ਕਰਾਏ। ਜੋ ਪਰਮਾਤਮਾ ਕਰਾਉਂਦਾ ਹੈ, ਇਹ ਜੀਵ ਉਹੀ ਕਰਦਾ ਹੈ। ਇਹਦੀ ਆਪਣੀ ਮਰਜ਼ੀ ਤੇ ਚਲਦੀ ਹੀ ਨਹੀਂ। ਕਿਉਂਕਿ ਜਿਤ ਜਿਤ ਲਾਵੋ ਤਿਤ ਤਿਤ ਲਗਣਾ। ਜਿਸ ਪਾਸੇ ਪਰਮਾਤਮਾ ਕਿਸੇ ਨੂੰ ਲਾਉਂਦਾ ਹੈ, ਉਹ ਉਸੇ ਪਾਸੇ ਲੱਗਾ ਹੋਇਆ ਹੈ। ਹੁਣ ਸਵਾਲ ਇਹ ਹੁੰਦਾ ਕਿ ਪਰਮਾਤਮਾ ਅੱਡ ਅੱਡ ਪਾਸੇ ਜੀਵਾਂ ਨੂੰ ਕਿਉਂ ਲਾਉਂਦਾ ਹੈ? ਕਿਉਂਕਿ ਜਿਹੜੇ ਜੀਵ ਨੇ, ਇਹਨਾਂ ਨੇ ਪਿਛਲੇ ਜਨਮ 'ਚ ਅੱਡ ਅੱਡ ਕਰਮ ਕੀਤੇ। ਉਹ ਅੱਡ ਅੱਡ ਕਰਮਾਂ ਦਾ ਫਿਰ ਅੱਡ ਅੱਡ ਫਲ ਦੇਣਾ ਹੈ। ਫਿਰ ਜਿਹੋ ਜਿਹੇ ਮਨੁੱਖ ਨੇ ਕਰਮ ਕੀਤੇ ਹੁੰਦੇ ਨੇ, ਉਹੋ ਜਿਹੇ ਪਾਸੇ ਪਰਮਾਤਮਾ ਨੂੰ ਲਾਉਂਦਾ ਹੈ। ਇਸ ਕਰਕੇ ਕਹਿੰਦੇ ਨੇ, ਹੁੰਦੇ ਬੰਦੇ ਦੇ ਆਪਣੇ ਕਰਮ ਹੀ ਨੇ ਜਿਹੜੇ ਉਹਨੂੰ ਚੰਗੇ ਪਾਸੇ ਜਾਂ ਮੰਦੇ ਪਾਸੇ ਲਾਉਂਦੇ ਨੇ। ਇਸ ਲਈ ਕਹਿੰਦੇ ਸੋਈ ਕਰਨਾ ਜੇ ਆਪ ਕਰਾਏ। ਪਰਮਾਤਮਾ ਜੋ ਆਪ ਕਰਾਉਂਦਾ ਹੈ, ਇਹ ਜੀਵ ਉਹੀ ਕਰਦਾ ਹੈ। ਜਿੱਥੈ ਰੱਖੈ ਸਾ ਭਲੀ ਜਾਏ। ਜਾਏ ਹੁੰਦੀ ਹੈ ਥਾਂ। ਜਿੱਥੇ ਪਰਮਾਤਮਾ ਰੱਖਦਾ ਹੈ, ਅਸਲ 'ਚ ਉਹੀ ਭਲੀ ਥਾਂ ਹੈ। ਉਹੀ ਠੀਕ ਹੈ ਜਿੱਥੇ ਪਰਮਾਤਮਾ ਰੱਖਦਾ ਹੈ। ਸੋਈ ਸਿਆਣਾ ਸੋ ਪਤਵੰਤਾ। ਉਹੀ ਸਿਆਣਾ ਹੈ ਪਤਵੰਤਾ। ਪਤ ਇੱਜ਼ਤ ਨੂੰ ਕਹਿੰਦੇ, ਵੰਤਾ ਮੈਨੇ ਮਾਲਕ, ਇੱਜ਼ਤ ਵਾਲਾ। ਜਿਵੇਂ ਗੁਣਵੰਤਾ ਗੁਣ ਵਾਲਾ, ਧਨਵੰਤਾ ਧਨਵਾਨ ਧਨ ਵਾਲਾ, ਪਤਵੰਤਾ ਇੱਜ਼ਤ ਵਾਲਾ। ਉਹੀ ਸਿਆਣਾ ਹੈ ਅਤੇ ਉਹੀ ਇੱਜ਼ਤ ਵਾਲਾ ਹੈ। ਹੁਕਮ ਲੱਗਿਆ ਜਿਸ ਮੀਠਾ ਜੀਉ। ਜਿਹਨੂੰ ਪਰਮਾਤਮਾ ਦਾ ਹੁਕਮ ਮਿੱਠਾ ਲੱਗਦਾ, ਮਿੱਠਾ ਦਾ ਭਾਵ ਪਿਆਰਾ ਲੱਗਦਾ ਹੈ। ਜਿਸ ਨੂੰ ਪਰਮਾਤਮਾ ਦਾ ਹੁਕਮ ਪਿਆਰਾ ਲੱਗਦਾ ਹੈ, ਅਸਲ 'ਚ ਉਹੀ ਸਿਆਣਾ ਹੈ, ਉਹੀ ਇੱਜ਼ਤ ਵਾਲਾ ਹੈ। ਸਾਨੂੰ ਹੁਕਮ ਪਿਆਰਾ ਲੱਗੇ ਨਾ ਲੱਗੇ,
ਪਰਮਾਤਮਾ ਦਾ ਹੁਕਮ ਤਾਂ ਮੰਨਣਾ ਹੀ ਪੈਣਾ। ਜਿਵੇਂ ਕੋਈ ਸਧਾਰਨ ਜਿਹਾ ਬੰਦਾ ਸੀ, ਉਹ ਹਰਿਦੁਆਰ ਚਲੇ ਗਿਆ, ਉੱਥੇ ਉਹਨੇ ਮਖਾਣੇ ਖਰੀਦ ਲਏ ਜਿਹੜੇ ਬੈਠੇ ਹੁੰਦੇ ਨੇ। ਉਹਦੇ ਉੱਤੇ ਇੱਕ ਭਰਿੰਡ ਬੈਠੀ ਹੋਈ ਸੀ, ਉਹ ਵੀ ਵਿੱਚੇ ਤੋਲੀ ਗਈ। ਉਹਨੇ ਜਿਹੜਾ ਹੈ ਕਾਗਜ਼ 'ਤੇ ਰੱਖ ਕੇ ਮਖਾਣੇ ਉਸਨੂੰ ਦੇ ਦਿੱਤੇ। ਉਹ ਭਰਿੰਡ ਨੂੰ ਖਾਣ ਲੱਗਾ ਅਤੇ ਭਰਿੰਡ ਚੀਂ 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 ਕਰਦੀ ਹੈ। ਉਹ ਕਹਿੰਦਾ ਦੇਖ, ਚਾਹੇ ਚੀਂ ਕਰ ਚਾਹੇ ਭੀਂ ਕਰ, ਯਾਰਾਂ ਨੇ ਦਾਮ ਖਰਚੇ, ਹਮ ਤੋਂ ਖਾਏਂਗੇ। ਇਸ ਲਈ ਬੰਦਾ ਚੀਂ ਕਰੋ ਫੀਂ ਕਰੋ, ਉਹਨੂੰ ਤਾਂ ਜੋ ਪਰਮਾਤਮਾ ਦਾ ਹੁਕਮ ਹੈ ਉਹ ਸਹਿਣਾ ਹੀ ਪੈਣਾ। ਖੁਸ਼ੀ ਨਾਲ ਸਹਿ ਲਓ, ਰੋ ਧੋ ਕੇ ਸਹਿ ਲਓ, ਉਹ ਤਾਂ ਮੰਨਣਾ ਹੀ ਪੈਣਾ। ਕਿਉਂ ਗੁਰਬਾਣੀ ਕਹਿੰਦੀ ਦੁੱਖ ਅਤੇ ਸੁੱਖ ਉਹਦੇ ਹੁਕਮ ਨਾਲ ਆ ਰਹੇ ਨੇ। ਹੁਣ ਉਹਦੇ ਹੁਕਮ ਨਾਲ ਆ ਰਹੇ ਨੇ ਤਾਂ ਫਿਰ ਉਹਦੇ ਹੁਕਮ ਨੂੰ ਕੌਣ ਮੋੜ ਸਕਦਾ ਹੈ? ਇਸ ਲਈ ਜਦੋਂ ਬੰਦਾ ਬ੍ਰਹਮ ਗਿਆਨੀ ਹੋ ਜਾਂਦਾ ਨਾ, ਇਹ ਸਾਡੇ ਵਰਗਿਆਂ ਦੀ ਬਾਣੀ ਨਹੀਂ ਲਿਖੀ ਹੋਈ। ਅਸੀਂ ਤਾਂ ਕਹਿਣਾ ਸੀ ਪਰਮਾਤਮਾ ਕੁਝ ਚੰਗਾ ਕਰਦਾ, ਕੁਝ ਮਾੜਾ ਕਰ ਦਿੰਦਾ ਹੈ, ਪਰ ਬ੍ਰਹਮ ਗਿਆਨੀ ਨੂੰ ਪਤਾ ਹੈ ਕਿ ਪਰਮਾਤਮਾ ਜੋ ਕਰ ਰਿਹਾ ਉਹ ਠੀਕ ਕਰ ਰਿਹਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਉਹੀ ਸਿਆਣਾ ਹੈ, ਉਹੀ ਇੱਜ਼ਤ ਵਾਲਾ ਹੈ ਜਿਸ ਨੂੰ ਪਰਮਾਤਮਾ ਦਾ ਹੁਕਮ ਚੰਗਾ ਲੱਗਦਾ, ਉਹਦੀ ਰਜ਼ਾ 'ਚ ਰਹਿੰਦਾ। ਸਭ ਪਰੋਈ ਇਕਤ ਧਾਗੇ, ਪਰਮਾਤਮਾ ਨੇ ਸਾਰਿਆਂ ਨੂੰ ਇੱਕੋ ਧਾਗੇ 'ਚ ਪਰੋਇਆ ਹੋਇਆ, ਭਾਵ ਆਪਣੇ ਕਾਨੂੰਨ ਅਨੁਸਾਰ ਸਭ ਨੂੰ ਬੰਨ੍ਹਿਆ ਹੋਇਆ ਹੈ। ਜਿਸ ਲਾਏ ਲਏ ਸੋ ਚਰਨੀ ਲੱਗੇ, ਜਿਸ ਨੂੰ ਪਰਮਾਤਮਾ ਆਪਣੇ ਚਰਨਾਂ ਨਾਲ ਲਾਉਂਦਾ ਹੈ ਉਹੀ ਪਰਮਾਤਮਾ ਦੇ ਚਰਨੀ ਲੱਗਦਾ। ਊਂਦ ਕਵਲ ਜਿਸ ਹੋਏ ਪ੍ਰਗਸ, ਊਂਦ ਪੁੱਠੇ ਨੂੰ ਕਹਿੰਦੇ ਨੇ। ਯੋਗੀ ਜਿਹੜੇ ਨੇ ਉਹ ਕਹਿੰਦੇ ਨੇ ਸਾਡੇ ਸਰੀਰ ਵਿੱਚ ਹੇਠੋਂ ਤੋਂ ਲੈ ਕੇ ਸਿਰ ਤੱਕ 6 ਥਾਂ 'ਤੇ ਕਮਲ ਫੁੱਲ ਹੈ, ਉਹ ਮੂਧਾ ਹੈ। ਜਦੋਂ ਬੰਦਾ ਸਿਮਰਨ ਕਰਦਾ, ਕਰਦਿਆਂ ਕਰਦਿਆਂ ਪ੍ਰਾਣਾਯਾਮ ਰਾਹੀਂ ਸਭ ਤੋਂ ਹੇਠਾਂ ਜਿਹੜਾ ਕਮਲ ਹੈ ਉਹਨੂੰ ਧੱਕਾ ਵੱਜਦਾ ਅਤੇ ਉਹਦੇ ਪੱਤੇ ਉੱਪਰ ਨੂੰ ਹੋ ਜਾਂਦੇ ਨੇ, ਸਿੱਧੇ ਹੋ ਜਾਂਦੇ ਨੇ, ਉਸ ਦੇ ਵਿੱਚੋਂ ਚਾਨਣ ਨਿਕਲਣਾ ਸ਼ੁਰੂ ਹੋ ਜਾਂਦਾ। ਐਂ ਫਿਰ ਬੰਦਾ ਲੱਗਾ ਰਹਿੰਦਾ, ਭਜਨ ਬੰਦਗੀ ਕਰਦਾ ਰਹਿੰਦਾ। ਫਿਰ ਜਿਹੜਾ ਉਹਦੇ ਉੱਪਰ ਹੈ ਉਹਨੂੰ ਧੱਕਾ ਵੱਜਦਾ ਸਵਾਸਾਂ ਦਾ, ਉਹ ਸਿੱਧਾ ਹੋ ਜਾਂਦਾ। ਐਂ ਸਾਰ ਦੇ ਸਾਰੇ ਸਿੱਧੇ ਹੋ ਜਾਂਦੇ ਹਨ। ਦਸਮ ਦੁਆਰ ਦੇ ਵਿੱਚ ਉਹ ਕਹਿੰਦੇ ਜਿਹੜਾ ਫੁੱਲ ਹੈ ਉਹ ਹਜ਼ਾਰਾਂ ਪੱਤੀਆਂ ਵਾਲਾ ਹੈ। ਜਦੋਂ ਨਾਮ ਨਾਲ ਸਿੱਧਿਆ ਹੁੰਦਾ ਹਰ ਇੱਕ ਦੇ ਵਿੱਚੋਂ ਚਾਨਣ ਨਿਕਲਦਾ ਹੈ। ਉੱਥੇ ਜਾ ਕੇ ਭਗਤ ਨੇ ਚੌਮੁਖਾ ਦੀਵਾ ਜੋ ਹੈ ਉਹ ਫਿਰ ਐਂ ਜਿਵੇਂ ਦੀਵਾ ਚਾਰੇ ਪਾਸੋਂ ਚਾਨਣ ਦੇਵੇ। ਇਸ ਤਰ੍ਹਾਂ ਜਿਹੜਾ ਇਹ ਮਨ ਹੈ ਇਹ ਪਹਿਲਾਂ ਪੁੱਠੇ ਪਾਸੇ ਲੱਗਾ ਹੋਇਆ ਹੈ। ਫਿਰ ਕੀ ਹੁੰਦਾ ਹੈ, ਜਦੋਂ ਇਹਦਾ ਮਨ ਪਰਮਾਤਮਾ ਦੀ ਕਿਰਪਾ ਨਾਲ ਸਿੱਧਾ ਹੋ ਜਾਂਦਾ ਹੈ, ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਇਹ ਨਾਮ ਜਪਦਾ ਰਹਿੰਦਾ ਹੈ, ਜਪਦਾ ਰਹਿੰਦਾ ਹੈ, ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ। ਫਿਰ ਕੀ ਦੇਖਦਾ ਬੰਦਾ? ਤਿੰਨ ਸਰਬ ਨਿਰੰਜਨ ਡੀਠਾ, ਨਿਰੰਜਨ ਪਰਮਾਤਮਾ ਨੂੰ ਕਹਿੰਦੇ ਨੇ। ਉਹਨੇ ਸਾਰਿਆਂ ਦੇ ਵਿੱਚ ਫਿਰ ਪਰਮਾਤਮਾ ਨੂੰ ਦੇਖਿਆ ਵੀ ਪਰਮਾਤਮਾ ਸਾਰਿਆਂ ਦੇ ਵਿੱਚ ਵਸਦਾ ਹੈ। ਤੇਰੀ ਮਹਿਮਾ ਤੂੰ ਹੈ ਜਾਣੇ, ਹੇ ਪਰਮਾਤਮਾ ਤੂੰ ਆਪਣੀ ਵਡਿਆਈ ਨੂੰ ਤੂੰ ਹੀ ਜਾਣਦਾ ਹੈ। ਤੂੰ ਕਿੱਡਾ ਵੱਡਾ ਹੈ, ਤੇਰੀ ਵਡਿਆਈ ਕਿੱਡੀ ਵੱਡੀ ਹੈ, ਇਹ ਤੂੰ ਹੀ ਜਾਣਦਾ ਹੈ। ਆਪਣਾ ਆਪ ਤੂੰ ਆਪ ਪਛਾਣ, ਆਪਣੇ ਆਪ ਨੂੰ ਤੂੰ ਆਪ ਹੀ ਜਾਣਦਾ ਹੈ। ਅਸੀਂ ਤੈਨੂੰ ਟੋਟਲ ਨਹੀਂ ਜਾਣ ਸਕਦੇ, ਅਸੀਂ ਤੈਨੂੰ ਓਨਾ ਹੀ ਜਾਣ ਸਕਦੇ ਜਿੰਨੀ ਤੂੰ ਆਪਣੇ ਬਾਰੇ ਸਾਨੂੰ ਜਾਣਕਾਰੀ ਦਿੰਦਾ ਹੈ। ਮੁਸਲਮਾਨਾਂ ਦੀ ਧਾਰਮਿਕ ਕਿਤਾਬਾਂ 'ਚ ਲਿਖਿਆ ਹੋਇਆ 7 ਆਕਾਸ਼ ਨੇ 7 ਪਤਾਲ ਨੇ।
ਹਿੰਦੂ ਵੀਰ ਵੀ ਕਹਿੰਦੇ ਵੀ 14 ਪੁਰੀਆਂ ਨੇ, ਈਸਾਈ ਵੀ ਕਹਿੰਦੇ ਨੇ 14 ਨੇ, ਪਰ ਸਿੱਖ ਧਰਮ ਕਹਿੰਦਾ ਲੱਖ ਹੀ ਨੇ। ਅਤੇ ਗੁਰੂ ਨਾਨਕ ਜੀ ਨੇ ਪੁੱਛਿਆ ਭਈ ਬਾਕੀ ਸਾਰੇ 7 ਆਕਾਸ਼ ਅਤੇ 7 ਪਤਾਲ ਕਹਿੰਦੇ, ਤੁਸੀਂ ਲੱਖ ਹੀ ਕਹਿੰਦੇ ਹੋ, ਤਾਂ ਫਿਰ ਤੁਹਾਡੇ 'ਚ ਠੀਕ ਕੌਣ ਹੈ? ਗੁਰੂ ਮਹਾਰਾਜ ਕਹਿੰਦੇ ਗੱਲ ਅਸਲ ਇਹ ਹੈ ਜੀ, ਜਿਨ੍ਹਾਂ ਨੂੰ ਪਰਮਾਤਮਾ ਨੇ 7 ਆਕਾਸ਼ ਅਤੇ 7 ਪਤਾਲ ਵਿਖਾਏ, ਉਹਨਾਂ ਨੇ 7 ਆਕਾਸ਼ ਅਤੇ 7 ਪਤਾਲ ਲਿਖਤੇ। ਸਾਨੂੰ ਪਰਮਾਤਮਾ ਨੇ ਲੱਖਾਂ ਹੀ ਆਕਾਸ਼ ਲੱਖਾਂ ਹੀ ਪਤਾਲ ਵਿਖਾਏ ਨੇ, ਅਸੀਂ ਇਸ ਲਈ ਲੱਖਾਂ ਲਿਖਦੇ ਨੇ ਬਸ। ਸੋ ਇਸ ਲਈ ਪਰਮਾਤਮਾ ਆਪਣੇ ਆਪ ਨੂੰ ਆਪ ਹੀ ਜਾਣਦਾ। ਆਪਾਂ ਸਿਰਫ ਉਹਨੂੰ ਉਨਾ ਕੁ ਜਾਣਦੇ ਹਾਂ ਜਿੰਨੀ ਕੁ ਪਰਮਾਤਮਾ ਨੇ ਸਾਨੂੰ ਜਾਣਕਾਰੀ ਦਿੱਤੀ ਹੋਈ ਹੈ। ਉਹ ਟੋਟਲ ਨੂੰ ਕੋਈ ਨਹੀਂ ਅੱਜ ਤੱਕ ਜਾਣ ਸਕਿਆ, ਕਿਉਂਕਿ ਉਹ ਤਾਂ ਬੇਅੰਤ ਹੈ ਅਤੇ ਸਾਡਾ ਅੰਤ ਹੈ। ਸਾਡੀ ਹਰ ਇੱਕ ਚੀਜ਼ ਦੀ ਲਿਮਟ ਹੈ, ਇੱਕ ਹੱਦ 'ਚ ਰਹਿੰਦੇ ਅਸੀਂ। ਪਰਮਾਤਮਾ ਤਾਂ ਬੇਹੱਦ ਹੈ, ਉਹ ਤਾਂ ਲਿਮਟਲੈਸ ਹੈ। ਜਿਹੜਾ ਲਿਮਟ ਵਿੱਚ ਰਹਿੰਦਾ ਉਹ ਲਿਮਟਲੈਸ ਨੂੰ ਨਹੀਂ ਜਾਣ ਸਕਦਾ। ਜਿਹਦਾ ਆਪਣਾ ਅੰਤ ਹੈ ਕਿਤੇ ਨਾ ਕਿਤੇ, ਉਹ ਬੇਅੰਤ ਨੂੰ ਨਹੀਂ ਜਾਣ ਸਕਦਾ। ਇਸ ਲਈ ਜਿਨ੍ਹਾਂ ਨੇ ਵੀ ਰੱਬ ਬਾਰੇ ਗੱਲ ਕੀਤੀ ਹੈ, ਜਿੰਨਾ ਰੱਬ ਨੇ ਆਪਣੇ ਬਾਰੇ ਉਹਨਾਂ ਨੂੰ ਚਾਨਣ ਪਾਇਆ, ਉਹਨਾਂ ਨੇ ਰੱਬ ਬਾਰੇ ਕਹਿ ਦਿੱਤਾ ਹੈ। ਹਾਂ ਬਲਿਹਾਰੀ ਸੰਤਨ ਤੇਰੇ, ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ। ਆਪਾਂ ਦਾਣੇ ਪੀਂਦੇ ਹਾਂ ਨਾ, ਚੱਕੀ ਉਹਨਾਂ ਨੂੰ ਦਰੜਦੀ ਹੈ, ਮਸਲਦੀ ਹੈ, ਬਰੀਕ ਕਰ ਦਿੰਦੀ ਹੈ, ਐਨ ਬਰੀਕ ਕਰਕੇ ਆਟਾ ਬਣਾ ਦਿੰਦੀ ਹੈ, ਪੀ ਦਿੰਦੀ ਉਸ ਨੂੰ। ਮੈਂ ਤੇਰੇ ਸੰਤਾਂ ਤੋਂ ਬਲਿਹਾਰ ਜਾਂਦਾ ਹਾਂ, ਕਿਉਂਕਿ ਉਹਨਾਂ ਨੇ ਕਾਮ ਕ੍ਰੋਧ ਲੋਭ ਨੂੰ ਪੀ ਦਿੱਤਾ ਹੈ। ਭਾਵ ਕਾਮ ਕ੍ਰੋਧ ਲੋਭ ਨੂੰ ਮਸਲ ਦਿੱਤਾ ਆਪਣੇ ਅੰਦਰੋਂ, ਕਾਮ ਕ੍ਰੋਧ ਲੋਭ ਮੋਹ ਨੂੰ ਆਪਣੇ ਅੰਦਰੋਂ ਖਤਮ ਕਰ ਦਿੱਤਾ। ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਤੂੰ ਤਾਂ ਨਿਰਵੈਰ ਹੈ, ਤੇਰਾ ਕਿਸੇ ਨਾਲ ਵੈਰ ਨਹੀਂ ਹੈ। ਜੇ ਪਿਤਾ ਹੈ ਆਪਣੇ ਬੱਚਿਆਂ ਨਾਲ ਵੈਰ ਨਹੀਂ ਰੱਖਦਾ, ਕਿਉਂਕਿ ਉਹਦੇ ਪੈਦਾ ਕੀਤੇ ਹੋਏ ਨੇ। ਅਸੀਂ ਸਾਰੇ ਪਰਮਾਤਮਾ ਦੇ ਪੈਦਾ ਕੀਤੇ ਹੋਏ ਹਾਂ, ਇਸ ਲਈ ਪਰਮਾਤਮਾ ਸਾਡੇ ਨਾਲ ਵੈਰ ਨਹੀਂ ਰੱਖਦਾ। ਅਸੀਂ ਕਿਸੇ ਨਾਲ ਵੈਰ ਨਹੀਂ, ਪਰਮਾਤਮਾ ਕਿਸੇ ਨਾਲ ਵੈਰ ਨਹੀਂ ਰੱਖਦਾ, ਪਰ ਅਸੀਂ ਇੱਕ ਦੂਜੇ ਨਾਲ ਵੈਰ ਰੱਖਦੇ ਹਾਂ। ਹੇ ਪਰਮਾਤਮਾ ਤੂੰ ਨਿਰਵੈਰ ਹੈ, ਤੇਰੇ ਜਿਹੜੇ ਸੰਤ ਨੇ ਉਹ ਵੀ ਨਿਰਮਲ ਨੇ, ਉਹਨਾਂ ਦੇ ਅੰਦਰ ਕੋਈ ਮੈਲ ਨਹੀਂ ਹੈ, ਉਹਨਾਂ ਦਾ ਮਨ ਪਵਿੱਤਰ ਹੈ। ਜਦੋਂ ਮਨ ਪਵਿੱਤਰ ਹੋਵੇ ਉਹ ਵੀ ਕਿਸੇ ਨਾਲ ਵੈਰ ਨਹੀਂ ਰੱਖਦੇ। ਜਿਹੜਾ ਅਸਲੀ ਸੰਤ ਦਾ ਕਿਸੇ ਨੇ 2 ਮੰਦ ਸ਼ਬਦ ਕਹਿ ਦਿੱਤਾ ਤਾਂ ਵੀ ਕੋਈ ਚੁੱਪ ਕਰ ਰਹਿੰਦਾ, ਉਹਨੂੰ ਉਸ ਤਰ੍ਹਾਂ ਹੀ ਨਹੀਂ ਕਹਿੰਦਾ ਜਿਵੇਂ ਉਹਨੇ ਕਿਹਾ। ਜੇ ਆਪਾਂ ਨੂੰ ਕੋਈ ਗਾਲ ਕੱਢੇ, ਕੋਈ ਆਪਾਂ ਉਹਨੂੰ ਗਾਲ ਕੱਢ ਦਿੰਦੇ ਹਾਂ। ਜੇ ਆਪਾਂ ਨੂੰ ਕੋਈ ਕੁੱਟੇ ਮਾਰੇ, ਆਪਾਂ ਵੀ ਉਹਨੂੰ ਕੁੱਟਦੇ ਮਾਰਦੇ ਹਾਂ। ਠੀਕ ਹੈ। ਸੰਤਾਂ ਨੂੰ ਜੇ ਕੋਈ ਮਾੜਾ ਕਹਿ ਦਿੰਦਾ ਉਹ ਚੁੱਪ ਰਹਿੰਦੇ ਨੇ, ਅੱਗੋਂ ਕੁਛ ਨਹੀਂ ਕਹਿੰਦੇ। ਜਿਰ ਦੇਖੇ ਸਭ ਉਤਰੇ ਹੀ ਕਲਮਲ, ਜਿਨ੍ਹਾਂ ਸੰਤਾਂ ਨੂੰ ਦੇਖ ਕੇ ਸਾਰੇ ਪਾਪ, ਕਲਮਲ ਹੁੰਦਾ ਪਾਪ, ਸਾਰੇ ਪਾਪ ਉਤਰ ਜਾਂਦੇ ਹਨ। ਹੁਣ ਕਿਉਂ? ਉਹ ਪਵਿੱਤਰ ਨੇ, ਅਤੇ ਪਵਿੱਤਰ ਦੇ ਦਰਸ਼ਨ ਕਰਕੇ ਬੰਦਾ ਪਵਿੱਤਰ ਹੁੰਦਾ ਹੈ। ਤੁਸੀਂ ਚੋਰ ਦੇ ਦਰਸ਼ਨ ਕਰੋ ਅਤੇ ਸਾਧ ਦੇ ਦਰਸ਼ਨ ਕਰੋ, ਦੋਨਾਂ 'ਚ ਫਰਕ ਹੈ। ਇੱਕ ਨੂੰ ਵੇਖ ਕੇ ਸਾਨੂੰ ਗੁੱਸਾ ਚੜੇਗਾ ਕੀ ਇਹ ਭੈੜੇ ਕੰਮ ਕਰਨ 'ਤੇ ਲੱਗਾ ਹੋਇਆ ਹੈ, ਦੂਜੇ ਨੂੰ ਵੇਖ ਕੇ ਮਨ ਖੁਸ਼ ਹੋਏਗਾ ਵੀ ਹਾਂ ਗੁਰੂ ਦਾ ਪਿਆਰਾ ਮਿਲਿਆ। ਇਸ ਲਈ ਤੇਰੇ ਸੰਤਾਂ ਦੇ ਦਰਸ਼ਨ ਕਰਕੇ ਸਾਰੇ ਪਾਪ ਉਤਰ ਜਾਂਦੇ ਹਨ। ਨਾਨਕ ਨਾਮ ਧਿਆਏ ਧਿਆਏ ਜੀਵੇ। ਗੁਰੂ ਮਹਾਰਾਜ ਕੇ ਜਿਹੜਾ ਨਾਮ ਜਪ ਜਪ ਕੇ ਜਿਉਂਦਾ ਹੈ, ਬਿਨ ਸਿਆ ਭ੍ਰਮ ਭਉ ਢੀਠਾ ਜੀਉ। ਢੀਠਾ ਹੁੰਦਾ ਢੀਠ। ਤੁਸੀਂ ਦੇਖਣਾ ਕਈ ਬੰਦੇ ਢੀਠ ਹੁੰਦੇ ਨੇ, ਉਹਨਾਂ ਨੂੰ ਕਹੋ ਵੀ ਇਹ ਨਾ ਕਰੋ ਉਹ ਫਿਰ ਕਰਦੇ ਨੇ, ਉਹਨਾਂ ਨੂੰ ਕਹੋ ਵੀ ਇਹ ਨਾ ਕੰਮ ਉਹ ਫਿਰ ਕਰਦੇ ਨੇ, ਢੀਠ ਹੁੰਦੇ ਨੇ।
ਉਹਨੇ ਲੱਥੀ ਜਿਹੜੀ ਦਾ ਕੋਈ ਅਸਰ ਨਹੀਂ ਹੁੰਦਾ। ਫਿਰ ਇਸ ਲਈ ਉਹਨੂੰ ਕੁੱਟ ਪੈਂਦੀ ਹੈ। ਟੀਚਰ ਕਹਿੰਦਾ ਭਾਈ ਕੱਲ੍ਹ ਨੂੰ ਹੋਮਵਰਕ ਕਰਕੇ ਲਿਓ, ਕਰਕੇ ਨਹੀਂ ਲਿਆਉਂਦਾ ਹੈ। ਟੀਚਰ ਨੂੰ ਝਿੜਕਦਾ ਹੈ, ਉਹਦੇ ਕੋਈ ਅਸਰ ਹੀ ਨਹੀਂ ਹੁੰਦਾ, ਢੀਠ ਆ। ਫਿਰ ਅਖੀਰ 'ਤੇ ਟੀਚਰ 2-4 ਲਾ ਦਿੰਦਾ ਉਹਦੇ। ਸੋ ਇਸ ਲਈ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਨਾ, ਉਹਦੇ ਅੰਦਰ ਭਰਮ ਭਾਵ ਹੁੰਦਾ, ਡਰ ਅਤੇ ਢੀਠਾ ਬਣੇ ਢੀਠਪੁਣਾ। ਉਹਦੇ ਅੰਦਰ ਭਰਮ, ਡਰ ਅਤੇ ਢੀਠਪੁਣਾ ਖਤਮ ਹੋ ਜਾਂਦਾ ਹੈ, ਕਿਉਂਕਿ ਨਾਮ ਜਪਦਾ ਰਹਿੰਦਾ ਹੈ। ਮੌਜ ਮਹਿਲਾ ਪੰਜਵਾਂ। ਝੂਠਾ ਮੰਗਣ ਜੇ ਕੋਈ ਮੰਗੈ, ਤਿਸ ਕੋ ਮਰਤੇ ਘੜੀ ਨ ਲਾਗੈ। ਪਾਰ ਬ੍ਰਹਮ ਜੋ ਸਦ ਹੀ ਸੇਵੈ, ਸੋ ਗੁਰ ਮਿਲ ਨਿਹਚਲ ਕਹਿਣਾ। ਪ੍ਰੇਮ ਭਗਤ ਜਿਸ ਕੈ ਮਨ ਲਾਗੀ, ਗੁਣ ਗਾਵੈ ਅਣ ਦਿਨ ਨਿਤ ਜਾਗੀ। ਬਾਂਹ ਪਕੜ ਬੱਬਰ ਕੰਨਾ ਬਿੰਦੇ, ਬਾਂਹ ਪਕੜ ਤਿਸ ਸੁਆਮੀ ਮੇਲੈ, ਜਿਸ ਕੈ ਮਸਤਕ ਲਹਿਣ। ਚਰਨ ਕਮਲ ਭਗਤਾ ਮਨ ਉਠੇ, ਵਿਨ ਪਰਮੇਸ਼ਰ ਸਗਲੇ ਮੁਠੇ। ਸੰਤ ਜਨਾ ਕੀ ਧੂੜ ਨਿਤ ਬਾਂਛੈ, ਨਾਮ ਸੱਚੇ ਕਾ ਗਹਿਣਾ। ਊਠਤ ਬੈਠਤ ਹਰ ਹਰ ਗਾਈਐ, ਜਿਸ ਸਿਮਰਤ ਵਰ ਨਿਹਚਲ ਪਾਈਐ। ਨਾਨਕ ਕੋ ਪ੍ਰਭ ਹੋਏ ਦਇਆਲਾ, ਤੇਰਾ ਕੀਤਾ ਸਹਿਣ। ਗੁਰੂ ਮਹਾਰਾਜ ਕਹਿੰਦੇ ਪੰਚਮ ਪਾਤਸ਼ਾਹ ਨੂੰ, ਝੂਠਾ ਮੰਗਣ ਜੇ ਕੋਈ ਮੰਗ। ਝੂਠਾ ਮੰਗਣ, ਉਹ ਚੀਜ਼ਾਂ ਮੰਗਣੀਆਂ ਜੋ ਨਾਸ਼ਵਾਨ ਹਨ, ਉਹਨੂੰ ਕਹਿੰਦੇ ਝੂਠੇ। ਸੱਚ ਤੇ ਸਿਰਫ ਪਰਮਾਤਮਾ ਦਾ ਨਾਮ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਜੋ ਹੋਰ ਕੁਝ ਮੰਗਣਾ ਹੈ, ਉਹ ਸਭ ਝੂਠਾ ਹੈ, ਉਹ ਬਿਨਸ ਜਾਣ ਵਾਲਾ ਹੈ। ਜਿਹੜਾ ਝੂਠੀਆਂ ਮੰਗਾਂ ਰੱਖੀ ਜਾਂਦਾ ਪਰਮਾਤਮਾ ਅੱਗੇ, ਨਾਸ਼ਵਾਨ ਚੀਜ਼ ਮੰਗਦਾ ਜਿਹੜਾ ਪਰਮਾਤਮਾ ਤੋਂ, ਤਿਸ ਕੋ ਮਰਤੇ ਘੜੀ ਨਾ ਲੱਗ। ਉਹਨੂੰ ਮਰਦਿਆਂ ਦੇਰ ਨਹੀਂ ਲੱਗਦੀ। ਇੱਥੇ ਮਰਨ ਤੋਂ ਬਾਅਦ ਸਰੀਰਕ ਤੌਰ 'ਤੇ ਮਰਨਾ ਨਹੀਂ। ਆਪਾਂ ਸਾਰੇ ਹੀ ਨਾਸ਼ਵਾਨ ਚੀਜ਼ਾਂ ਮੰਗਦੇ ਹਾਂ। ਉਹ ਤਾਂ ਜਿਹਨੇ ਸੰਤ ਭਗਤ ਬਣਨਾ ਹੁੰਦਾ, ਉਹ ਨਾਮ ਮੰਗਦੇ ਨੇ। ਬਾਕੀ ਤਾਂ 99.99% ਲੋਕ ਜਿਹੜੇ ਨੇ, ਉਹ ਤਾਂ ਸੰਸਾਰਕ ਚੀਜ਼ਾਂ ਮੰਗਦੇ ਨੇ, ਅਤੇ ਉਹ ਸਾਰੇ ਨਾਸ਼ਵਾਨ ਨੇ। ਜਦੋਂ ਮਨੁੱਖ ਇਹ ਸੰਸਾਰਕ ਚੀਜ਼ਾਂ ਮੰਗਦਾ ਰਹਿੰਦਾ ਹੈ, ਉਹ ਛੇਤੀ ਹੀ ਉਹਦੇ 'ਚ ਗਿਰਾਵਟ ਆ ਜਾਂਦੀ ਹੈ, ਛੇਤੀ ਹੀ ਉਹ ਘਟੀਆ ਇਨਸਾਨ ਹੋ ਜਾਂਦਾ ਹੈ, ਕਿਉਂਕਿ ਨਾਮ ਜਪਦਾ ਨਹੀਂ ਹੈ, ਨਾਸ਼ਵਾਨ ਚੀਜ਼ਾਂ ਮੰਗਦਾ ਰਹਿੰਦਾ ਹੈ। ਇਸ ਲਈ ਉਹਦੇ ਅੰਦਰ ਮਾਨਸਿਕ ਤੌਰ 'ਤੇ ਗਿਰਾਵਟ ਆ ਜਾਂਦੀ ਹੈ। ਪਾਰ ਬ੍ਰਹਮ ਜੋ ਸਦ ਹੀ ਸੇਵੈ, ਜਿਹੜਾ ਸਦਾ ਪਰਮਾਤਮਾ ਦਾ ਸਿਮਰਨ ਕਰਦਾ ਹੈ, ਸੋ ਗੁਰ ਮਿਲ ਨਿਹਚਲ ਕਹਿਣਾ। ਤਾਂ ਉਹ ਗੁਰੂ ਨੂੰ ਮਿਲ ਕੇ ਸਦਾ ਹੀ ਨਿਹਚਲ ਹੋ ਜਾਂਦਾ ਹੈ, ਉਹ ਅਡੋਲ ਹੋ ਜਾਂਦਾ ਹੈ, ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਪ੍ਰੇਮ ਭਗਤ ਜਿਸ ਕੈ ਮਨ ਲਾਗੀ। ਸਿੱਖ ਧਰਮ 'ਚ ਪ੍ਰੇਮਾ ਭਗਤੀ ਦੀ ਮਹਾਨਤਾ ਹੈ। ਭਗਤਾਂ ਤੋਂ ਪਹਿਲਾਂ, ਗੁਰੂਆਂ ਤੋਂ ਪਹਿਲਾਂ ਹਿੰਦੁਸਤਾਨ ਦੇ ਤਪੱਸਿਆ ਕਰਿਆ ਕਰਦੇ ਸਨ। ਤਪੱਸਿਆ ਦੇ ਵਿੱਚ ਸਰੀਰ ਨੂੰ ਦੁਖੀ ਕਰਿਆ ਕਰਦੇ ਸਨ। ਵੀ ਸਰੀਰ ਦੁਖੀ ਹੋ ਜਾਏਗਾ, ਸ਼ਾਇਦ ਫਿਰ ਮਨ ਵਸ 'ਚ ਆ ਜਾਏ। ਉਹਨਾਂ ਨੂੰ ਗਿਆਨ ਹੀ ਨਹੀਂ ਸੀ ਕਿ ਸਰੀਰ ਨੂੰ ਦੁਖੀ ਕਰਨਾ ਮਨ ਵਸ 'ਚ ਨਹੀਂ ਆਉਂਦਾ। ਪ੍ਰੇਮਾ ਭਗਤੀ ਨਾਲ ਮਨ ਵਸ 'ਚ ਆਉਂਦਾ ਹੈ। ਪ੍ਰੇਮਾ ਭਗਤੀ ਪਿਆਰ ਸਹਿਤ ਪਰਮਾਤਮਾ ਦੀ ਭਗਤੀ ਕਰਨਾ।
ਗੁਰੂਆਂ ਨੇ ਸਾਨੂੰ ਸਮਝਾਇਆ ਕਿ ਤੁਸੀਂ ਮੇਰੇ ਸਿੱਖ ਹੋ, ਤੁਸੀਂ ਗ੍ਰਸਥੀ ਹੋਣਾ। ਉਂਝ ਜੇ ਕੋਈ ਵਿਹੰਗਮ ਰਹਿਣਾ ਚਾਹੇ ਤਾਂ ਗੁਰਬਾਣੀ ਨਾ ਨਹੀਂ ਕਰਦੀ। ਉਹ ਕਹਿੰਦੇ ਵਿਹੰਗਮ ਰਹਿ ਸਕਦੇ ਹੋ, ਪਰ ਵਿਹੰਗਮ ਨੂੰ ਇੱਕ ਸਮੱਸਿਆ ਹੁੰਦੀ ਹੈ ਕਿ ਦੂਜਿਆਂ ਤੋਂ ਮੰਗ ਕੇ ਖਾਂਦਾ, ਉਹਦੀ ਪਾਲਣਾ ਪੋਸ਼ਣਾ ਦੂਜੇ ਕਰਦੇ ਨੇ। ਜਿਹੜਾ ਗ੍ਰਸਤੀ ਹੁੰਦਾ ਉਹ ਆਪ ਕਰਮ ਕਰਦਾ ਹੈ, ਫਿਰ ਕਮਾ ਕੇ ਆਪਣੇ ਤੇ ਆਪਣੇ ਪਰਿਵਾਰ ਨੂੰ ਪਾਲਦਾ ਹੈ। ਸੋ ਗੁਰੂ ਮਹਾਰਾਜ ਨਹੀਂ ਸੀ ਚਾਹੁੰਦੇ ਕਿ ਅਸੀਂ ਕਿਸੇ 'ਤੇ ਨਿਰਭਰ ਹੋਈਏ, ਕਿ ਗੁਰੂ ਨਾਨਕ ਨੇ ਦੇਖਿਆ ਕਿ ਹਿੰਦੁਸਤਾਨ ਕਰੋੜਾਂ ਲੋਕ ਨੇ ਜਿਹੜੇ ਮੰਗ ਕੇ ਗੁਜ਼ਾਰਾ ਕਰਦੇ ਨੇ, ਵੀ ਇਹ ਤਾਂ ਮੰਗਤਿਆਂ ਦਾ ਦੇਸ਼ ਹੈ। ਆਹ ਹਿੰਦੂਆਂ ਨੂੰ ਵੇਖ ਕੇ ਕੁਝ ਸਿੱਖ ਵੀ ਮੰਗਣ ਲੱਗ ਪਏ ਹਨ। ਹਾਲਾਂਕਿ ਸਿੱਖ ਧਰਮ 'ਚ ਮੰਗਣਾ ਮਨਾ ਹੈ, ਕਿਰਤ ਕਰਕੇ ਖਾਣਾ, ਮੰਗ ਕੇ ਨਹੀਂ ਖਾਣਾ। ਹਾਂ, ਮੰਗਣ ਦੀ ਕਈ ਵਾਰੀ ਉਦੋਂ ਲੋੜ ਪੈਂਦੀ ਹੈ ਜਦੋਂ ਬੰਦਾ ਕੋਈ ਕਰਮ ਨਾ ਕਰ ਸਕੇ, ਅਪਾਹਜ ਹੈ, ਉਹ ਕੋਈ ਕੰਮ ਕਰਕੇ ਨਹੀਂ ਖਾ ਸਕਦਾ, ਉਹ ਦੂਜੇ 'ਤੇ ਨਿਰਭਰ ਹੁੰਦਾ ਹੈ। ਉਹਨੂੰ ਤਾਂ ਉਸਦਾ ਕੋਈ ਅੰਨਾ ਹੈ, ਬਿਲਕੁਲ ਕੋਈ ਲੂਲਾ ਹੈ, ਕੋਈ ਬਹੁਤ ਜ਼ਿਆਦਾ ਬਿਮਾਰ ਹੈ, ਜਾਂ ਕੋਈ ਬਹੁਤ ਬੁੱਢਾ ਹੈ, ਉਹ ਆਪ ਕਰਮ ਨਹੀਂ ਕਰ ਸਕਦਾ, ਉਹਨੂੰ ਦੂਜੇ 'ਤੇ ਨਿਰਭਰ ਹੋਣਾ ਪੈਂਦਾ ਹੈ। ਪਰ ਸਿੱਖ ਧਰਮ ਕਹਿੰਦਾ ਜਿਹੜਾ ਚੰਗਾ ਭਲਾ ਹੈ ਉਹਨੂੰ ਮੰਗ ਕੇ ਨਹੀਂ ਖਾਣਾ ਚਾਹੀਦਾ, ਆਪਣਾ ਕਮਾ ਕੇ ਖਾਣਾ ਚਾਹੀਦਾ ਹੈ। ਇਸ ਲਈ ਗੁਰੂ ਮਹਾਰਾਜ ਨੇ ਕਿਹਾ ਪ੍ਰੇਮਾ ਭਗਤੀ ਕਰਨੀ, ਆਪਣੇ ਕਾਰ ਵਿਹਾਰ ਵੀ ਕਰਦੇ ਰਹਿਣਾ ਹੈ, ਕੰਮ ਧੰਦੇ ਛੱਡ ਕੇ ਭਜਨ ਬੰਦਗੀ ਨਹੀਂ ਕਰਨੀ। ਜ਼ਿੰਦਗੀ 'ਚ ਵਿਹਲਾ ਸਮਾਂ ਆਉਂਦਾ, ਜਿਵੇਂ ਕਿਸੇ ਬੰਦੇ ਨੇ ਹਲ ਵਾਹੁਣ ਜਾਣਾ, ਕਿਸੇ ਨੇ ਦਿਹਾੜੀ 'ਤੇ ਜਾਣਾ, ਕਿਸੇ ਨੇ ਦੁਕਾਨ 'ਤੇ ਜਾਣਾ, ਕਿਸੇ ਨੇ ਸਕੂਲ ਜਾਂ ਦਫ਼ਤਰ 'ਚ ਜਾਣਾ, ਉਹਦਾ ਇੱਕ ਸਮਾਂ ਹੁੰਦਾ। ਉਦੋਂ ਪਹਿਲਾਂ ਜਿੰਨੀ ਭਜਨ ਬੰਦਗੀ ਕਰ ਸਕਦੇ ਹੋ ਭਾਈ ਕਰ ਲਓ, ਫਿਰ ਆਪਣਾ ਕੰਮ ਧੰਦਾ ਕਰੋ, ਫਿਰ ਸ਼ਾਮ ਨੂੰ ਜਦੋਂ ਵਿਹਲ ਹੁੰਦੀ ਹੈ ਫਿਰ ਭਜਨ ਬੰਦਗੀ ਕਰ ਲਓ ਸੌਣ ਤੱਕ। ਪਰ ਜਿਹਦੀ ਤੁਸੀਂ ਭਜਨ ਬੰਦਗੀ ਕਰ ਰਹੇ ਹੋ ਉਹਦੇ ਪ੍ਰਤੀ ਤੁਹਾਡੇ ਮਨ 'ਚ ਪ੍ਰੇਮ ਹੋਣਾ ਚਾਹੀਦਾ। ਮੰਨ ਲਓ ਮੈਨੂੰ ਗੁਰੂਆਂ ਨਾਲ ਪਿਆਰ ਹੀ ਨਹੀਂ, ਤੇ ਉਹਨਾਂ ਦੀ ਬਾਣੀ ਜੈਸੇ ਪੜ੍ਹੀ ਜੈਸੇ ਨਾ ਪੜ੍ਹੀ। ਜਿਹਦੇ ਨਾਲ ਪਿਆਰ ਹੀ ਨਹੀਂ ਹੈ, ਵੈਸੇ ਉਹਦੀ ਗੱਲ ਪੜ੍ਹਨ ਨੂੰ ਜੀਓ ਹੀ ਨਹੀਂ ਕਰਦਾ, ਕਿਉਂਕਿ ਉਹ ਨਹੀਂ ਚੰਗਾ ਲੱਗਦਾ, ਇਸ ਲਈ ਉਹਦੀ ਗੱਲ ਨਹੀਂ ਚੰਗੀ ਲੱਗਦੀ। ਬਾਣੀ ਵੀ ਉਹਨਾਂ ਲੋਕਾਂ ਨੂੰ ਪਿਆਰੀ ਲੱਗਦੀ ਹੈ ਜਿਨ੍ਹਾਂ ਨੂੰ ਗੁਰੂ ਮਹਾਰਾਜ ਪਿਆਰੇ ਲੱਗਦੇ ਨੇ। ਪਿਆਰੇ ਦੀ ਹਰ ਗੱਲ ਪਿਆਰੀ ਲੱਗਦੀ ਹੈ, ਦੁਸ਼ਮਣ ਦੀ ਗੱਲ ਪਿਆਰੀ ਨਹੀਂ ਲੱਗਦੀ, ਭਾਵੇਂ ਉਹ ਠੀਕ ਹੀ ਕਹਿੰਦਾ ਹੋਵੇ। ਪਿਆਰਾ ਭਾਵੇਂ ਕੋਈ ਗਲਤ ਵੀ ਕਹੇ ਤਾਂ ਵੀ ਉਹ ਸਾਨੂੰ ਠੀਕ ਲੱਗਦਾ ਹੈ। ਜਿਵੇਂ ਸਾਨੂੰ ਆਪਣਾ ਪੁੱਤਰ ਠੀਕ ਲੱਗਦਾ ਹੈ, ਹਾਲਾਂਕਿ ਕੋਈ ਗਲਤ ਹੁੰਦਾ ਹੈ, ਦੂਜਾ ਕਹਿੰਦਾ ਕਿ ਤੁਹਾਡਾ ਪੁੱਤਰ ਗਲਤ ਹੈ, ਅਸੀਂ ਮੰਨਣ ਲਈ ਤਿਆਰ ਨਹੀਂ, ਸਗੋਂ ਉਹਦੇ ਨਾਲ ਲੜਨ ਨੂੰ ਜਾਂਦੇ ਹਾਂ। ਕਿਉਂ? ਅਸੀਂ ਕਹਿੰਦੇ ਨਹੀਂ ਸਾਡਾ ਠੀਕ ਹੈ, ਤੁਸੀਂ ਗਲਤ ਹੋ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਜਿਹਦੇ ਮਨ ਨੂੰ ਪ੍ਰੇਮਾ ਭਗਤੀ ਚੰਗੀ ਲੱਗਦੀ ਹੈ ਨਾ, ਉਹ ਫਿਰ ਕੀ ਕਰਦਾ? ਗੁਣ ਗਾਵੇ ਅਣ ਦਿਨ ਨਿਤ ਜਾਗੀ। ਉਹ ਜਾਗ ਕੇ, ਉਹ ਤੇ ਗੁਣ ਜਾਗ ਕੇ ਗਾਏ ਜਾ ਸਕਦੇ ਨੇ। ਅਣ ਦਿਨ ਕਿ ਇੱਥੇ ਦਿਨ ਰਾਤ, ਹੁਣ ਦਿਨ ਰਾਤ ਜਾਗਿਆ ਨਹੀਂ ਜਾ ਸਕਦਾ, ਫਿਰ ਤੇ ਜਾਗੀ ਤਾਂ ਕੀ ਮਤਲਬ? ਸੁਚੇਤ ਹੋ ਕੇ, ਸਾਵਧਾਨ ਹੋ ਕੇ ਵੀ ਹਾਂ ਮੈਨੂੰ ਭਜਨ ਬੰਦਗੀ ਕਰਨੀ ਚਾਹੀਦੀ ਹੈ। ਗੁਣ ਗਾਵੇ ਅਣ ਦਿਨ ਨਿਤ ਜਾਗੀ, ਉਹ ਦਿਨ ਰਾਤ ਸੁਚੇਤ ਹੋ ਕੇ ਪਰਮਾਤਮਾ ਦੇ ਗੁਣ ਗਾਉਂਦਾ ਹੈ, ਕਿ ਉਹ ਪਰਮਾਤਮਾ ਨੂੰ ਪਿਆਰ 'ਚ ਪੈ ਗਿਆ ਹੈ, ਪਿਆਰਾ ਯਾਦ ਆਈ ਜਾਂਦਾ ਹੈ। ਜਦੋਂ ਪਿਆਰ ਪੈ ਜੇ ਫਿਰ ਪਿਆਰਾ ਆਪੇ ਯਾਦ ਆਈ ਜਾਂਦਾ ਹੈ। ਇਹਨੂੰ ਕਹਿੰਦੇ ਪਿਆਰ।
ਇਹਨੂੰ ਕਹਿੰਦੇ ਅਜਪਾ ਜਾਪ। ਜਿੰਨਾ ਚਿਰ ਪਿਆਰ ਨਹੀਂ ਪਰਮਾਤਮਾ ਉਹਨਾਂ 'ਚ ਸਾਨੂੰ ਕਹਿਣਾ ਪੈਂਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕੋਈ ਕਹਿੰਦਾ ਸਤਿਨਾਮ ਵਾਹਿਗੁਰੂ, ਕੋਈ ਬਾਣੀ ਪੜ੍ਹਦਾ ਹੈ, ਕਿਉਂਕਿ ਅਜੇ ਸਾਡਾ ਪਰਮਾਤਮਾ ਨਾਲ ਪਿਆਰ ਨਹੀਂ ਪਿਆ। ਜਦੋਂ ਕਿਸੇ ਦਾ ਪਰਮਾਤਮਾ ਨਾਲ ਵਾਕਈ ਪਿਆਰ ਪੈਦਾ ਹੋ ਗਿਆ, ਉਹ ਪਰਮਾਤਮਾ ਨੂੰ ਭੁੱਲੇਗਾ ਹੀ ਨਹੀਂ, ਉਹਨੂੰ ਵਾਹਿਗੁਰੂ ਵਾਹਿਗੁਰੂ ਕਹਿਣ ਦੀ ਲੋੜ ਹੀ ਨਹੀਂ। ਉਹ ਫਿਰ ਪਰਮਾਤਮਾ ਨੂੰ ਧਿਆਉਂਦਾ ਹੈ, ਉਹ ਜਪਦਾ ਨਹੀਂ, ਉਹ ਪਰਮਾਤਮਾ ਨੂੰ ਧਿਆਉਂਦਾ ਹੈ। ਉਹ ਹਮੇਸ਼ਾ ਉਹਦਾ ਧਿਆਨ ਪਰਮਾਤਮਾ ਵੱਲ ਰਹਿੰਦਾ ਹੈ। ਇਸ ਲਈ ਇਹਨੂੰ ਕਹਿੰਦੇ ਜਾਗ ਕੇ ਗਾਉਣਾ। ਉਹ ਸੁਚੇਤ ਹੋ ਕੇ ਕਿ ਮੇਰਾ ਫਰਜ਼ ਬਣਦਾ ਮੈਂ ਪਰਮਾਤਮਾ ਦਾ ਗੁਣ ਗਾਵਾਂ, ਉਹ ਦਿਨ ਰਾਤ ਪਰਮਾਤਮਾ ਗੁਣ ਗਾਉਂਦਾ ਰਹਿੰਦਾ ਹੈ। ਬਾਂਹ ਪਕੜ ਤੇ ਸੁਆਮੀ ਮਿਲੈ, ਜਿਸ ਕੈ ਮਸਤਕ ਲਹਿਣ। ਜਿਹਦੇ ਮੱਥੇ 'ਤੇ ਰੱਬ ਦੀ ਪ੍ਰਾਪਤੀ ਲਿਖੀ ਹੁੰਦੀ ਲਹਿਣ, ਜਿਹਦੇ ਮੱਥੇ 'ਤੇ ਰੱਬ ਦੀ ਪ੍ਰਾਪਤੀ ਲਿਖੀ ਹੁੰਦੀ ਹੈ ਨਾ, ਬਾਂਹ ਪਕੜ ਤੇ ਸੁਆਮੀ ਮਿਲੈ। ਪਰਮਾਤਮਾ ਉਹਦੀ ਬਾਂਹ ਫੜ ਕੇ ਉਹਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਕਿਉਂਕਿ ਲਿਖਿਆ ਹੋਇਆ ਸੀ ਨਾ ਵੀ ਤੇਰਾ ਪਰਮਾਤਮਾ ਨਾਲ ਮੇਲ ਹੋਵੇਗਾ। ਕਿਉਂਕਿ ਉਹਦਾ ਪਰਮਾਤਮਾ ਨਾਲ ਮੇਲ ਹੁੰਦਾ ਸੀ, ਉਹ ਦਿਨ ਰਾਤ ਪਰਮਾਤਮਾ ਦੀ ਭਜਨ ਬੰਦਗੀ ਕਰਦਾ ਰਹਿੰਦਾ। ਇੱਕ ਦਿਨ ਇੰਨਾ ਰੱਬ ਨਾਲ ਪਿਆਰ ਵੱਧ ਜਾਂਦਾ ਕਿ ਰੱਬ ਉਸ ਨੂੰ ਬਾਂਹ ਫੜ ਕੇ ਆਪਣਾ ਬਣਾ ਲੈਂਦਾ। ਤੂੰ ਮੇਰਾ ਪਿਆਰਾ, ਤੂੰ ਮੇਰਾ। ਚਰਨ ਕਮਲ ਭਗਤਾ ਮਨ ਉਠੇ, ਉਠੇ ਦਾ ਵਸ ਜਾਣਾ। ਪਰਮਾਤਮਾ ਦੇ ਚਰਨ ਕਮਲ ਭਗਤਾਂ ਦੇ ਮਨ ਵਿੱਚ ਵਸ ਜਾਂਦੇ ਹਨ। ਹੁਣ ਕੋਈ ਬੰਦਾ ਪੁੱਛੇ ਕਿ ਪਰਮਾਤਮਾ ਦੇ ਚਰਨ ਹੁੰਦੇ ਨੇ ਜੀ, ਪਰਮਾਤਮਾ ਦੇ ਪੈਰ ਹੁੰਦੇ ਨੇ, ਉਹ ਕਿੱਡੇ ਕੁ ਵੱਡੇ ਹੁੰਦੇ ਨੇ ਜੀ, ਉਹਦੇ ਪੈਰ ਦੀ ਉਂਗਲਾਂ ਕਿੰਨੀਆਂ ਹੁੰਦੀਆਂ ਨੇ ਜੀ। ਇਸ ਚੱਕਰ 'ਚ ਨਹੀਂ ਪੈਣਾ। ਇਹ ਕਵਿਤਾ ਹੈ। ਮੈਂ ਪਹਿਲਾਂ ਵੀ ਦੱਸੇ, ਕਵਿਤਾ ਦੇ ਇੱਕ ਸ਼ਬਦੀ ਅਰਥ ਹੁੰਦਾ, ਇੱਕ ਭਾਵ ਅਰਥ ਹੁੰਦਾ। ਸ਼ਬਦੀ ਅਰਥ ਤੁਹਾਨੂੰ ਦੱਸਿਆ ਕਿ ਪਰਮਾਤਮਾ ਦੇ ਚਰਨ ਕਮਲ ਭਗਤਾਂ ਦੇ ਮਨ ਵਿੱਚ ਵਸ ਜਾਂਦੇ ਹਨ। ਹੁਣ ਜੇ ਚਰਨ ਕਮਲ ਦਾ ਕੀ ਭਾਵ? ਪਰਮਾਤਮਾ ਦੀ ਯਾਦ। ਪਰਮਾਤਮਾ ਦੀ ਯਾਦ ਭਗਤਾਂ ਦੇ ਮਨ ਵਿੱਚ ਵਸ ਜਾਂਦੀ ਹੈ। ਵਿਨ ਪਰਮੇਸ਼ਰ ਸਗਲੇ ਮੁਠੇ, ਮੁਠੇ ਹੁੰਦਾ ਠੱਗੇ ਜਾਣਾ। ਜਿਹੜੇ ਰੱਬ ਨੂੰ ਨਹੀਂ ਯਾਦ ਕਰਦੇ ਉਹ ਸਾਰੇ ਮਾਇਆ ਨੇ ਠੱਗ ਲੈਣੇ, ਉਹ ਮਾਇਆ ਦੁਆਰਾ ਠੱਗੇ ਜਾਂਦੇ ਹਨ, ਕਿ ਉਹਨਾਂ ਦਾ ਸਾਰਾ ਧਿਆਨ ਫਿਰ ਮਾਇਆ ਵੱਲ ਹੋ ਜਾਂਦਾ। ਜਦੋਂ ਅਸੀਂ ਨਾਮ ਨਹੀਂ ਜਪਾਂਗੇ ਫਿਰ ਸਾਡਾ ਉਦੇਸ਼ ਮਾਇਆ ਕਮਾਉਣਾ ਹੋ ਜਾਏਗਾ, ਅਤੇ ਜਦੋਂ ਮਾਇਆ ਕਮਾਉਣਾ ਉਦੇਸ਼ ਹੋਵੇ ਉਦੋਂ ਫਿਰ ਗਲਤ ਤਰੀਕੇ ਵੀ ਵਰਤੇ ਜਾਂਦੇ ਹਨ, ਕਿਉਂ ਉਦੇਸ਼ ਹੈ ਵੱਧ ਤੋਂ ਵੱਧ ਮਾਇਆ ਕਮਾਉਣੀ। ਅਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਪਾਪਾਂ ਬਾਝੋਂ ਹੋਵੇ ਨਹੀਂ, ਪਾਪਾਂ ਤੋਂ ਬਿਨਾਂ ਬਹੁਤੀ ਮਾਇਆ ਇਕੱਠੀ ਨਹੀਂ ਹੁੰਦੀ। ਦਸਾਂ ਨੌਂ ਦੀ ਕਿਰਤ ਨਾਲ ਬਹੁਤੀ ਮਾਇਆ ਨਹੀਂ ਇਕੱਠੀ ਹੁੰਦੀ। ਅੱਜ ਜਿਹੜੇ ਕੋਈ ਅਰਬਾਂ ਖਰਬਾਂ ਰੁਪਈਏ ਨੇ, ਇਹ ਦਸਾਂ ਨੌਂ ਦੀ ਕਿਰਤ ਨਾਲ ਨਹੀਂ ਹੈਗੇ। ਇਹ ਤਾਂ ਠੱਗੀਆਂ ਠੋਰੀਆਂ ਕਰ ਕਰਕੇ ਇਸ ਤਰ੍ਹਾਂ ਹੋਇਆ। ਹੁਣ ਦੁਕਾਨਦਾਰ ਹੈ, ਕੋਈ ਦੁਕਾਨਦਾਰ 100% ਟੈਕਸ ਨਹੀਂ ਭਰਦਾ। ਤੁਸੀਂ ਦੁਕਾਨ ਤੋਂ ਸੌਦਾ ਲੈਣ ਜਾਓ, ਜੇ ਤਾਂ ਤੁਸੀਂ ਬਿੱਲ ਮੰਗ ਲਿਆ ਤੁਹਾਨੂੰ ਦੇ ਦੇਣਗੇ, ਨਹੀਂ ਤਾਂ ਉਂਝ ਸੌਦਾ ਵੇਚ ਜਾਣਗੇ। ਹੁਣ ਜੇ ਬਿੱਲ ਕੱਟਣ ਅਤੇ ਉਹਨਾਂ ਦੀ ਆਮਦਨ ਸ਼ੋ ਹੋਵੇ, ਆਮਦਨ ਸ਼ੋ ਹੋਵੇ ਤਾਂ ਫਿਰ ਆਮਦਨ ਟੈਕਸ ਦੇਣ, ਉਹ ਬਿੱਲ ਹੀ ਨਹੀਂ ਕੱਟਦੇ। ਜੇ ਮੈਂ ਕਿਸੇ ਨੂੰ ਕਹਿਣਾ ਮੈਨੂੰ ਬਿੱਲ ਚਾਹੀਦਾ ਜੀ, ਜੀ ਉੱਤੇ ਟੈਕਸ ਲੱਗੂ, ਉਹ ਤਾਂ ਮੈਨੂੰ ਵੀ ਪਤਾ ਹੈ ਜੀ। ਉਹਨਾਂ ਨੇ ਇਹ ਵੀ ਜੇ ਇਹਨੂੰ ਬਿੱਲ ਕੱਟ ਕੇ ਦਿੱਤਾ, ਮੰਨ ਲਓ ਲੱਖ ਰੁਪਏ ਦਾ ਬਿੱਲ ਕੱਟ ਕੇ ਦਿੱਤਾ, ਉਹ ਸਾਡੀ ਲੱਖ ਰੁਪਏ ਆਮਦਨ ਹੋ ਗਈ, ਉਹ ਲੱਖ ਤਾਂ ਸਾਨੂੰ ਟੈਕਸ ਦੇਣਾ ਪਊਗਾ। ਇਸ ਲਈ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਬਿਨਾਂ ਬਿੱਲ ਦਿੱਤੇ ਹੀ ਸਮਾਨ ਵੇਚੀ ਜਾਓ। ਇਹ ਤਾਂ ਅਮੀਰ ਹੁੰਦੇ ਨੇ। ਜੇ ਹਰ ਇੱਕ ਦਾ ਜਿਹੜਾ ਬਿੱਲ ਕੱਟ ਕੇ ਦੇਣ ਹਰ ਇੱਕ ਚੀਜ਼ ਦਾ, ਇਹਦੇ ਤਾਂ ਬਚੇ ਹੀ ਬਹੁਤ ਥੋੜ੍ਹਾ, ਫਿਰ ਇਹ ਕਰੋੜਾਪਤੀ ਨਹੀਂ ਹੋ ਸਕਦੇ ਹਨ। ਸੋ ਇਸ ਲਈ
ਇਹ ਠੱਗੀ ਠੋਰੀ ਤੋਂ ਬਿਨਾਂ ਕਰੋੜਾਂ ਰੁਪਏ ਇਕੱਠੇ ਨਹੀਂ ਹੋ ਸਕਦੇ। ਜਿਹੜੇ ਤੁਹਾਨੂੰ ਕਰੋੜਾਪਤੀ ਲੋਕ ਲੱਗਦੇ ਨੇ, ਅਰਬਾਪਤੀ ਲੋਕ ਲੱਗਦੇ ਨੇ, ਸਭ ਇਹ ਗਲਤ ਤਰੀਕੇ ਅਪਣਾ ਕੇ ਅਮੀਰ ਹੋਏ ਹਨ। ਇਸ ਲਈ ਕਹਿੰਦੇ ਬਿਨਾਂ ਪਰਮੇਸ਼ਰ ਦਾ ਨਾਮ ਲਿਆ ਸਭ ਨੂੰ ਮਾਇਆ ਠੱਗ ਲੈਂਦੀ ਹੈ, ਮੁੱਠੇ ਠੱਗੇ ਗਏ। ਸੰਤ ਜਨਾਂ ਕੀ ਧੂੜ ਨਿਤ ਬਾਂਛੈ, ਜਿਹੜੇ ਸੰਤਾਂ ਦੀ ਰੋਜ਼ ਚਰਨ ਧੂੜ ਮੰਗਦੇ ਹਨ। ਬਾਂਛੈ ਹਿੰਦੀ ਦਾ ਸ਼ਬਦ ਹੈ ਮੰਗਣਾ। ਜਿਹੜੇ ਹਮੇਸ਼ਾ ਭਗਤ ਜਨਾਂ, ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦੇ ਰਹੇ ਨਾ, ਨਾਮ ਸੱਚੇ ਕਾ ਗਹਿਣਾ, ਉਹਨਾਂ ਕੋਲ ਪਰਮਾਤਮਾ ਦਾ ਨਾਮ ਹੀ ਅਸਲ 'ਚ ਗਹਿਣਾ ਹੁੰਦਾ ਹੈ। ਸੰਤ ਮਹਾਤਮਾ ਗਹਿਣੇ ਨਹੀਂ ਪਾਉਂਦੇ, ਆਪਾਂ ਕੜੇ ਪਾਉਂਦੇ ਹਾਂ, ਛੱਪਾ ਪਾਉਂਦੇ ਹਾਂ, ਕੋਈ ਗੱਲ 'ਚ ਹਾਰ ਪਾਉਂਦਾ, ਕੋਈ ਕੁਛ ਪਾਉਂਦਾ ਹੈ। ਸੰਤ ਮਹਾਤਮਾ ਗਹਿਣੇ ਨਹੀਂ ਪਾਉਂਦੇ, ਪਰਮਾਤਮਾ ਦਾ ਨਾਮ ਹੀ ਉਹਨਾਂ ਦਾ ਗਹਿਣਾ ਹੁੰਦਾ। ਆਪਾਂ ਗਹਿਣੇ ਕੀ ਪਾਉਂਦੇ ਹਾਂ ਵੀ ਦੂਜੇ ਨੂੰ ਸੋਹਣੇ ਲੱਗੀਏ, ਹੋਰ ਤਾਂ ਕੋਈ ਮਤਲਬ ਨਹੀਂ। ਬੀਬੀਆਂ ਬਹੁਤੇ ਪਾਉਂਦੀਆਂ ਨੇ ਕਿਉਂਕਿ ਉਹਨਾਂ ਨੂੰ ਜ਼ਿਆਦਾ ਇਹ ਮਨ 'ਚ ਹੁੰਦਾ ਹੈ ਕਿ ਅਸੀਂ ਦੂਜਿਆਂ ਨੂੰ ਸੋਹਣੇ ਲੱਗੀਏ। ਸੋ ਬੰਦਾ ਜਿਹੜਾ ਗਹਿਣੇ ਪਾਉਂਦਾ ਹੈ ਇਹ ਇਸ ਲਈ ਪਾਉਂਦਾ ਹੈ ਕਿ ਉਹ ਦੂਜਿਆਂ ਨੂੰ ਸੋਹਣਾ ਲੱਗੇ। ਅਤੇ ਸੰਤ ਮਹਾਤਮਾ ਕੋਲ ਲੋਕ ਉਹਨਾਂ ਦੇ ਰੰਗ ਰੂਪ ਕਾਰਨ ਨਹੀਂ ਜਾਂਦੇ, ਉਹਨਾਂ ਕੋਲ ਨਾਮ ਹੁੰਦਾ, ਉਹ ਨਾਮ ਕਰਕੇ ਉਹਨਾਂ ਕੋਲ ਜਾਂਦੇ ਨੇ। ਇਸ ਲਈ ਸੰਤਾਂ ਮਹਾਤਮਾ ਦਾ ਗਹਿਣਾ ਜਿਹੜਾ ਤੇ ਪਰਮਾਤਮਾ ਸੱਚੇ ਕਾ, ਪਰਮਾਤਮਾ ਦਾ ਨਾਮ ਦਾ ਗਹਿਣਾ ਹੁੰਦਾ। ਊਠਤ ਬੈਠਤ ਹਰ ਹਰ ਗਾਈਏ, ਕਹਿੰਦੇ ਉੜਦਿਆਂ ਬੈਠਦਿਆਂ ਪਰਮਾਤਮਾ ਦੇ ਗੁਣ ਗਾਉਂਦੇ ਰਹਿਣਾ ਚਾਹੀਦਾ। ਫਿਰ ਕੀ ਹੋਏਗਾ? ਜਿਸ ਸਿਮਰਤ ਵਰ ਨਿਹਚਲ ਪਾਈਏ, ਵਰ ਪਤੀ ਨੂੰ ਕਹਿੰਦੇ ਨੇ, ਨਿਹਚਲ ਹੁੰਦਾ ਸਦਾ ਰਹਿਣ ਵਾਲਾ। ਆ ਸੰਸਾਰਕ ਪਤੀ ਤਾਂ ਕਿਸੇ ਸਮੇਂ ਮਰ ਜਾਣਾ ਹੈ। ਪਤਨੀ ਪਤੀ ਤੋਂ ਪਹਿਲਾਂ ਮਰ ਸਕਦੀ ਹੈ, ਪਤੀ ਪਤਨੀ ਤੋਂ ਪਹਿਲਾਂ ਮਰ ਸਕਦਾ ਹੈ। ਪਰਮਾਤਮਾ ਦਾ ਸਿਮਰਨ ਕਰਨ ਨਾਲ ਸਦਾ ਰਹਿਣ ਵਾਲਾ ਵਰ ਪ੍ਰਾਪਤ ਹੋ ਜਾਂਦਾ, ਪਰਮਾਤਮਾ ਪ੍ਰਾਪਤ ਹੋ ਜਾਂਦਾ। ਅਤੇ ਪਰਮਾਤਮਾ ਨੇ ਸਦਾ ਰਹਿਣਾ ਹੈ। ਨਾ ਪਰਮਾਤਮਾ ਮਰੇ ਅਤੇ ਨਾ ਜਿਹੜਾ ਹੈ ਜਿਹੜਾ ਆਪਾਂ ਨੂੰ ਕੋਈ ਅਫਸੋਸ ਹੋਵੇ। ਕਿਸੇ ਔਰਤ ਦਾ ਵਾਰ ਪਤੀ ਮਰ ਜਾਏ ਕਿੰਨਾ ਦੁੱਖ ਹੁੰਦਾ, ਸਾਰਾ ਘਰ ਹੀ ਪੁੱਠਾ ਜਾ ਪੈਂਦਾ। ਉਹ ਕਮਾਊ ਹੁੰਦਾ, ਬਾਕੀ ਸਾਰਾ ਟੱਬਰ ਉਸ 'ਤੇ ਨਿਰਭਰ ਹੁੰਦਾ ਹੈ। ਉਹ ਮਰ ਗਿਆ ਹੈ, ਮਗਰ ਲੈਣ ਵਕਤ ਖੜਾ ਜਾਂਦਾ, ਔਰਤ ਵਿਧਵਾ ਆ ਜਾਂਦੀ। ਪਰ ਜਿਹੜਾ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਉਹਨੂੰ ਪਰਮਾਤਮਾ ਪਤੀ ਦੇ ਤੌਰ 'ਤੇ ਪ੍ਰਾਪਤ ਹੋ ਜਾਂਦਾ। ਪਰਮਾਤਮਾ ਨੇ ਸਦਾ ਰਹਿਣਾ, ਇਸ ਲਈ ਬਸ ਆਨੰਦ ਹੀ ਆਨੰਦ ਹੈ। ਨਾਨਕ ਪ੍ਰਭ ਹੋਏ ਦਇਆਲਾ, ਤੇਰਾ ਕੀਤਾ ਸਹਿਣ। ਗੁਰੂ ਮਹਾਰਾਜ ਜਿਸ 'ਤੇ ਪਰਮਾਤਮਾ ਦਿਆਲੂ ਹੁੰਦਾ ਨਾ, ਹੇ ਪਰਮਾਤਮਾ ਤੇਰੇ ਕੀਤੇ ਨੂੰ ਸਹਿ ਲੈਂਦਾ। ਤੂੰ ਜੋ ਚੰਗਾ ਮੰਦਾ ਕਰਦਾ ਉਸ ਨੂੰ ਸਵੀਕਾਰ ਕਰ ਲੈਂਦਾ। ਸਾਡੇ ਤੋਂ ਪਰਮਾਤਮਾ ਦਿੱਤਾ ਦੁੱਖ ਸਹਿ ਨਹੀਂ ਹੁੰਦਾ। ਹੁਣ ਦੇਖੋ, ਜਿਨ੍ਹਾਂ 'ਤੇ ਪਰਮਾਤਮਾ ਦੀ ਕਿਰਪਾ ਸੀ ਉਹਨਾਂ ਹੀ ਬੰਦ ਕਟਾਏ। ਸਾਡੇ ਵਰਗੇ ਨਹੀਂ ਕਟਾ ਸਕਦੇ, ਤਾਂ ਹਾਲ ਪਾਰਿਆ ਪਾਵਾਂਗੇ, ਰੌਲਾ ਪਾਵਾਂਗੇ, ਚੀਕਾਂ ਮਾਰਾਂਗੇ, ਬੁਰਾ ਹਾਲ ਹੋਏਗਾ। ਪਰ ਨਹੀਂ, ਉਹਨਾਂ 'ਤੇ ਪਰਮਾਤਮਾ ਕਿਰਪਾਲੂ ਸੀ, ਇਸ ਲਈ ਉਹ ਐਡੇ ਵੱਡੇ ਦੁੱਖਾਂ ਨੂੰ ਵੀ ਖਿੜੇ ਮੱਥੇ ਸਹਿ ਗਏ।
ਸੋ ਜਿਸ ਤੇ ਪਰਮਾਤਮਾ ਦਇਆਲੂ ਹੁੰਦਾ ਹੈ, ਹੇ ਪਰਮਾਤਮਾ, ਉਹੀ ਤੇਰੇ ਕੀਤੇ ਨੂੰ ਸਹਿ ਸਕਦੇ ਹਨ। ਅੱਗੇ ਕਹਿੰਦੇ ਰਾਗ ਮਾਝ ਅਸ਼ਟਪਦੀਆਂ, ਮਹਿਲਾ ਪਹਿਲਾ, ਘਰ ਪਹਿਲਾ। ਰਾਗ ਮਾਝ ਹੀ ਚੱਲ ਰਿਹਾ। ਹੁਣ ਪਹਿਲਾਂ ਸ਼ਬਦ ਸਨ, ਹੁਣ ਅਸ਼ਟਪਦੀਆਂ ਆ ਗਈਆਂ ਨੇ ਗੁਰੂ ਨਾਨਕ ਦੇਵ ਜੀ ਦੀਆਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਸ਼ਬਦ ਰੰਗਾਏ ਹੁਕਮ ਸਬਾਏ, ਸੱਚੀ ਦਰਗਾਹ। ਇਹ ਫਾਰਸੀ ਦਾ ਸ਼ਬਦ ਹੈ ਅਤੇ ਫਾਰਸੀ ਦਾ ਨਿਯਮ ਹੈ, ਜੇ ਅਖੀਰ ਵਿੱਚ ਹਾਹਾ ਹੋਵੇ, ਸ਼ੁਰੂ 'ਚ ਨਹੀਂ। ਜੇ ਅਖੀਰ ਵਿੱਚ ਹਾਹਾ ਹੋਵੇ ਅਤੇ ਉਦੋਂ ਪਹਿਲਾ ਅੱਖ ਮੁਕਤਾ ਹੋਵੇ ਤਾਂ ਉਸ ਮੁਕਤੇ ਅੱਖਰ ਨੂੰ ਕੰਨਾ ਲੱਗਦਾ, ਇਸ ਲਈ ਹੋ ਗਿਆ ਦਰਗਾਹ। ਜੇ ਪੰਜਾਬੀ ਜਾਂ ਹਿੰਦੀ ਦਾ ਸ਼ਬਦ ਹੁੰਦਾ ਫਿਰ ਨਿਯਮ ਹੈ ਕਿ ਹਾਹੇ ਤੋਂ ਪਹਿਲਾ ਅੱਖਰ ਜੇ ਮੁਕਤ ਆਵੇ ਉਹਨੂੰ ਦਲਾਵਾਂ ਲੱਗਦੀਆਂ, ਫਿਰ ਆਪਾਂ ਬੋਲਦੇ ਦਰਗਾਹ। ਜੇ ਹਿੰਦੀ ਜਾਂ ਪੰਜਾਬੀ ਦਾ ਸ਼ਬਦ ਹੁੰਦਾ ਫਿਰ ਇਹਦਾ ਉਚਾਰਨ ਹੋਣਾ ਸੀ ਦਰਗਾਹ। ਇਹ ਫਾਰਸੀ ਦਾ ਸ਼ਬਦ ਅਤੇ ਫਾਰਸੀ 'ਚ ਇਹਨੂੰ ਕਹਿੰਦੇ ਨੇ ਦਰਗਾਹ। ਹਾਲਾਂਕਿ ਕੰਨਾਂ ਲੱਗਾ ਨਹੀਂ, ਜਿਵੇਂ ਗੱਗੇ ਨੂੰ ਦਲਾਵਾਂ ਲੱਗੀਆਂ ਨਹੀਂ ਹੈਗੀਆਂ, ਆਪਾਂ ਬੋਲਦੇ ਦਰਗਾਹ, ਕਈ ਬੋਲਦੇ ਦਰਗਾਹ, ਹਾਲਾਂਕਿ ਗੱਗੇ ਨੂੰ ਦਲਾਵਾਂ ਲੱਗੀਆਂ ਤਾਂ ਨਹੀਂ। ਪਰ ਹਿੰਦੀ ਅਤੇ ਪੰਜਾਬੀ ਦੇ ਨਿਯਮ ਅਨੁਸਾਰ ਹਾਹੇ ਤੋਂ ਪਹਿਲਾਂ ਅੱਖਰ ਗੱਗਾ ਮੁਕਤ ਹੈ, ਉਹਨੂੰ 'ਤੇ ਦਲਾਵਾਂ ਲਾ ਕੇ ਬੋਲਣਾ। ਜਿਵੇਂ ਗੁਰੇ ਲਿਖੇ ਪਹਿਲਾ ਪੱਪਾ ਹਾਹਾ ਲੱਲੇ ਨੂੰ ਕੰਨਾ। ਕਈ ਕਹਿੰਦੇ ਨੇ ਜੀ ਜਿਵੇਂ ਬਾਣੀ ਲਿਖੀ ਹੈ ਉਵੇਂ ਪੜ੍ਹਨੀ ਚਾਹੀਦੀ, ਉਵੇਂ ਨਹੀਂ ਪੜ੍ਹੀ ਜਾ ਸਕਦੀ ਹੁੰਦੀ। ਇੱਕ ਐਂ ਹੀ ਆ ਗਿਆ ਮੇਰੇ ਕੋਲ, ਨਹੀਂ ਜੀ ਜਿਵੇਂ ਬਾਣੀ ਲਿਖੀ ਹੈ ਉਵੇਂ ਪੜ੍ਹਨੀ ਚਾਹੀਦੀ। ਮੈਂ ਨਹੀਂ ਕਾਕਾ, ਜੇ ਤਾਂ ਤੂੰ ਵਾਹਵਾ ਪੜ੍ਹੇ ਲਿਖੇ ਫਿਰ ਤਾਂ ਤੈਨੂੰ ਗਿਆਨ ਹੋਣਾ ਚਾਹੀਦਾ। ਜੇ ਤੂੰ ਪੜ੍ਹੇ 5-7 ਜਮਾਤਾਂ ਫਿਰ ਗੱਲ ਵੱਖਰੀ ਹੈ। ਮੈਂ ਚੰਗਾ ਜਿਵੇਂ ਲਿਖਿਆ ਉਵੇਂ ਪੜ੍ਹਨਾ ਚਾਹੀਦਾ। ਹਾਂ, ਮੈਂ ਨਿਤਨੇਮ ਸੁਣਾ, ਮੂਲ ਮੰਤਰ ਸੁਣਾ, ਕਹੇ ਜੀ ਇੱਕ ਓਂਕਾਰ, ਮੈਂ ਰੁਕ ਜਾ, ਗਲਤ ਹੈ। ਮੈਂ ਫਿਰ ਬੋਲ, ਕਹਿੰਦਾ ਇੱਕ ਓਂਕਾਰ, ਮੈਨੂੰ ਇਹਦੇ 'ਤੇ ਇੱਕ ਓ ਲਿਖਿਆ, ਅੰਕਾਰ ਤੂੰ ਆਪਣੇ ਕੋਲੋਂ ਲਾਤਾ। ਇੱਕ ਪਾਸ ਤੂੰ ਕਹਿਣਾ ਜਿਵੇਂ ਲਿਖਿਆ ਉਵੇਂ ਪੜ੍ਹਨਾ, ਫਿਰ ਇੱਕ ਉਹ ਬੋਲ, ਅੰਕਾਰ ਕਿਉਂ ਬੋਲਦੇ ਬਈ? ਕਹਿ ਜਿਸ ਤੋਂ ਮੈਂ ਸਿੱਖਿਆ ਮੈਨੂੰ ਇਹੀ ਸਿਖਾਇਆ, ਮੈਂ ਬਸ ਫਿਰ ਲੱਗ ਗਿਆ ਨਾ ਆਪਣੇ ਕੋਲੋਂ। ਮੈਂ ਅੱਗੇ ਬੋਲ, ਕਹਿੰਦਾ ਸਤਨਾਮ, ਮੈਨੂੰ ਮੈਂ ਗਲਤ ਹੈ ਨਹੀਂ, ਕਹਿੰਦਾ ਜੀ ਮੈਂ ਨਾ ਬੋਲ ਸਤੀ ਨਾਮੂ, ਸੱਸਾ ਤੱਤੇ ਨੂੰ ਸਹਿ ਸਤੀ, ਨੰਨੇ ਨੂੰ ਕਹਿੰਦਾ ਮੰਮੀ ਨੂੰ ਅੰਕਲ ਕਹਿੰਦੇ ਬੋਲ ਸਤੀ ਨਾਮੂ, ਨਹੀਂ ਸਤਨਾਮ ਦਾ ਮੈਂ ਹੋ ਗਿਆ ਨਾ। ਫਿਰ ਜਿਵੇਂ ਬਾਣੀ ਲਿਖੀ ਹੈ ਉਸ ਤਰ੍ਹਾਂ ਨਹੀਂ ਪੜ੍ਹੀ ਜਾ ਸਕਦੀ ਹੈ। ਮੈਂ ਐਵੇਂ ਜ਼ਿੱਦ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਬਾਕੀ ਮੇਰੇ ਲਈ ਮੈਂ ਜਿਵੇਂ ਮਰਜ਼ੀ ਪੜ੍ਹੀ, ਮੇਰੀ ਕਿਹੜੀ ਢਿੱਡ ਪੀੜ ਹੁੰਦੀ ਹੈ, ਮੇਰੇ ਦੇਦਾ ਦੇ ਲਹਿਦੇ ਥੱਕ ਪਾਏ ਪੜ੍ਹੀ ਜਾਓ, ਮੈਨੂੰ ਕੀ ਇਤਰਾਜ਼ ਹੈ। ਜਿਵੇਂ ਤੁਹਾਨੂੰ ਕਿਸੇ ਨੇ ਸਿਖਾਇਆ ਉਵੇਂ ਤੁਸੀਂ ਭਾਈ ਪੜ੍ਹੀ ਜਾਓ। ਬਾਣੀ ਮੈਂ ਬਹਿਸ ਦਾ ਨਹੀਂ ਕੰਮ, ਇਹ ਤਾਂ ਬਹਿਸਾਂ ਨਹੀਂ ਕਰੀਦੀ ਹੁੰਦੀ। ਤੁਹਾਨੂੰ ਜਿਵੇਂ ਕਿਸੇ ਨੇ ਸਿਖਾਇਆ ਤੁਸੀਂ ਭਾਈ ਉਸੇ ਤਰ੍ਹਾਂ ਪੜ੍ਹੀ ਜਾਓ, ਤੁਹਾਡਾ ਕੀ ਕਸੂਰ ਹੈ। ਹੁਣ ਜਿਨ੍ਹਾਂ ਨੂੰ ਸੱਚੀ ਦਰਗਾਹ ਹੈ ਸਿਖਾਇਆ, ਉਹਨੂੰ ਦਰਗਾਹ ਹੀ ਬੋਲਣਾ। ਇਹ ਤਾਂ ਸਿਖਾਉਣ ਵਾਲੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਦਰਗਾਹ ਸ਼ਬਦ ਹੈ ਇਹ ਕਿਹੜੀ ਭਾਸ਼ਾ ਦਾ ਹੈ, ਤੈਨੂੰ ਕੀ ਬੋਲਣਾ ਹੈ। ਹੁਣ ਤਾਂ ਗੁਰਬਾਣੀ 'ਚ ਮਸਕਤ ਆਉਂਦਾ, ਕੋਈ ਜੀ ਮਸਕਤ ਹੈ, ਮੈਂ ਵੀ ਅਦਕ ਕਿਵੇਂ ਲਾਈਏ ਤੁਸੀਂ? ਨਹੀਂ ਜੀ ਅਦਕ ਲਾ ਕੇ ਬੋਲਣਾ। ਮੈਂ ਬਸ ਫਿਰ ਮੈਂ ਅਸਲ ਇਹ ਹੈ ਫਾਰਸੀ ਦਾ ਸ਼ਬਦ ਹੈ, ਉਚਾਰਨਾ ਮਸ਼ੱਕਤ, ਸੱਸੇ ਅਦਕ ਵੀ ਲਾਉਣੀ, ਪੈਰ 'ਚ ਬਿੰਦੀ ਵੀ ਲਾਉਣੀ, ਤਾਂ ਉਹ ਠੀਕ ਹੋਏਗਾ। ਇਸ ਲਈ ਤਾਂ ਮੈਂ ਦੱਸਿਆ ਬਈ ਜੇ ਦਰਗਾਹ ਜਿਹੜਾ ਸ਼ਬਦ ਹੈ ਹਿੰਦੀ ਪੰਜਾਬੀ ਤੋਂ ਹੁੰਦਾ, ਫਿਰ ਇਹਨੂੰ ਬੋਲਦੇ ਦਰਗਾਹ। ਇਹ ਫਾਰਸੀ ਦੇ ਵਿੱਚ ਗੱਗੇ ਨੂੰ ਕੰਨਾ ਲੱਗੇਗਾ ਬੋਲਣ ਵੇਲੇ, ਦਰਗਾਹ।
ਸੱਚੀ ਦਰਗਾਹ ਮਹਿਲ ਬੁਲਾਏ। ਸੱਚੇ ਦੀਨ ਦਿਆਲ ਮੇਰੇ ਸਾਹਿਬਾ, ਸੱਚੇ ਮਨ ਪਤੀ ਆਵਣਿਆ। ਹਉ ਵਾਰੀ ਜੀਓ ਵਾਰੀ, ਸ਼ਬਦ ਸੁਹਾਵਣਿਆ। ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਗੁਰਮਤੀ ਮਨ ਵਸਾਵਣਿਆ। ਰਹਾਉ। ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਪਾ ਪਰਮਾਤਮਾ, ਸਤਿਗੁਰ ਪ੍ਰਸਾਦ ਦਾ ਪਾ ਗੁਰੂ ਦੀ, ਸਤਿਗੁਰੂ ਦੀ ਕਿਰਪਾ ਨਾਲ ਮਿਲਦਾ। ਪ੍ਰਸਾਦ ਹਿੰਦੀ ਦਾ ਸ਼ਬਦ ਹੈ, ਕਿਰਪਾ। ਇਹਨੂੰ ਪ੍ਰਸ਼ਾਦ ਨਹੀਂ ਪੜ੍ਹਨਾ। ਪ੍ਰਸ਼ਾਦ ਤਾਂ ਜਿਹੜਾ ਦੇਗ ਆਪਾਂ ਲੈਂਦੇ ਉਹ ਹੁੰਦੀ, ਇਹ ਪ੍ਰਸਾਦ। ਦੱਦੇ ਨੂੰ ਸਿਆਰੀ ਲਈ ਕਿਰਪਾ ਨਾਲ। ਇੱਕ ਓਂਕਾਰ ਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਸ਼ਬਦ ਰੰਗਾਏ ਹੁਕਮ ਸੁਭਾਏ। ਪਰਮਾਤਮਾ ਨੇ ਆਪਣੇ ਹੁਕਮ ਦੇ ਨਾਲ ਸਾਰੇ ਪਰਮਾਤਮਾ ਦੇ ਹੁਕਮ 'ਚ ਨੇ। ਹੁਕਮ ਸੁਭਾਏ, ਸਾਰੇ ਪਰਮਾਤਮਾ ਦੇ ਹੁਕਮ 'ਚ ਨੇ। ਸ਼ਬਦ ਰੰਗਾਏ, ਜਿਹੜੇ ਵੀ ਸ਼ਬਦ ਨਾਲ ਰੰਗੇ ਗਏ। ਕਿਉਂਕਿ ਆਪਾਂ ਜੇ ਨਾਮ ਜਪਦੇ ਹਾਂ, ਇਹਦਾ ਰੰਗ ਚੜ੍ਹਦਾ ਸਾਡੇ 'ਤੇ। ਰੰਗ 'ਤੇ ਕੋਈ ਕਾਲਾ ਲਾਲ ਪੀਲੇ ਦਾ ਭਾਵ ਨਹੀਂ, ਉਹਦਾ ਪ੍ਰਭਾਵ ਹੁੰਦਾ ਸਾਡੇ 'ਤੇ। ਔਰ ਕਦੇ ਜੀ ਭੈੜੇ ਬੰਦਿਆਂ ਦੀ ਕੁਸੰਗਤ ਦਾ ਰੰਗ ਜੜਿਆ ਹੋਇਆ ਹੈ। ਸ਼ਬਦ ਰੰਗਾਏ। ਪਰਮਾਤਮਾ ਜਿਨ੍ਹਾਂ ਨੂੰ ਰੰਗਦਾ ਹੈ, ਨਾਮ ਨਾਲ ਰੰਗਦਾ ਹੈ। ਨਾਮ ਜਪਣਾ ਪਰਮਾਤਮਾ ਨਾਲ ਪਿਆਰ ਪੈਂਦਾ ਹੈ। ਹੁਕਮ ਸੁਭਾਏ, ਸਾਰੇ ਪਰਮਾਤਮਾ ਦੇ ਹੁਕਮ ਵਿੱਚ ਹਨ। ਸਭ ਪਰਮਾਤਮਾ ਦੇ ਹੁਕਮ 'ਚ ਨੇ, ਅਤੇ ਆਪਣੇ ਹੁਕਮ ਨਾਲ ਜਿਹਨੂੰ ਰੰਗਦਾ ਨਾ ਰੱਬੀ ਰੰਗ 'ਚ, ਉਹ ਨਾਮ ਰਾਹੀਂ ਰੰਗਦਾ। ਗੁਰੂ ਮਹਾਰਾਜ ਸਾਨੂੰ ਨਾਮ ਦਿੰਦੇ ਨੇ, ਗੁਰਮੰਤਰ ਜਿਹਨੂੰ ਕਹਿੰਦੇ ਨੇ। ਫਿਰ ਮਨੁੱਖ ਗੁਰਮੰਤਰ ਦਾ ਦਿਨ ਰਾਤ ਜਾਪ ਕਰਦਾ ਹੈ, ਫਿਰ ਉਹਦੇ 'ਤੇ ਨਾਮ ਦਾ ਰੰਗ ਚੜ੍ਹਦਾ। ਇਸ ਲਈ ਸਾਰੇ ਪਰਮਾਤਮਾ ਦੇ ਹੁਕਮ ਵਿੱਚ ਹਨ। ਸੱਚੀ ਦਰਗਾਹ ਮਹਿਲ ਬੁਲਾਏ। ਇਸ ਤਰ੍ਹਾਂ ਜੇ ਪਰਮਾਤਮਾ ਦੇ ਨਾਮ ਨਾਲ ਜਿਨ੍ਹਾਂ ਦੇ ਮਨ ਰੰਗੇ ਜਾਂਦੇ ਨੇ, ਪਰਮਾਤਮਾ ਨੂੰ ਆਪਣੀ ਦਰਗਾਹ ਦੇ ਵਿੱਚ, ਆਪਣੇ ਮਹਿਲ ਦੇ ਵਿੱਚ ਬੁਲਾ ਲੈਂਦਾ ਹੈ। ਪਰਮਾਤਮਾ ਨੂੰ, ਕਿ ਪਰਮਾਤਮਾ ਸੱਚਖੰਡ 'ਚ ਰਹਿੰਦਾ ਹੈ, ਪਰਮਾਤਮਾ ਨੂੰ ਸੱਚਖੰਡ ਦੇ ਵਿੱਚ ਆਪਣੇ ਘਰ 'ਚ ਬੁਲਾ ਲੈਂਦਾ ਹੈ। ਸੱਚੇ ਦੀਨ ਦਿਆਲ ਮੇਰੇ ਸਾਹਿਬਾ, ਸੱਚੇ ਮਨ ਪਤੀ ਆਵਨ। ਸੱਚੇ, ਹੇ ਸੱਚੇ ਪਰਮਾਤਮਾ, ਹੇ ਸਦਾ ਰਹਿਣ ਵਾਲੇ ਪਰਮਾਤਮਾ, ਦੀਨ ਦਿਆਲ, ਤੂੰ ਦੀਨਾਂ 'ਤੇ ਦਇਆ ਕਰਨ ਵਾਲਾ ਹੈ। ਤੂੰ ਨਿਮਾਣਿਆਂ ਨਿਤਾਣਿਆਂ 'ਤੇ ਦਇਆ ਕਰਨ ਵਾਲਾ ਹੈ। ਮੇਰੇ ਸਾਹਿਬਾ, ਹੈ ਮੇਰੇ ਸਾਹਿਬ, ਤੂੰ ਸੱਚਾ ਹੈ। ਤੂੰ ਨਿਮਾਣਿਆਂ ਨਿਤਾਣਿਆਂ 'ਤੇ ਦਇਆ ਕਰਦਾ ਹੈ। ਸੱਚੇ ਮਨ ਪਤੀ ਆਵਨਿਆ। ਅਤੇ ਜਿਹੜੇ ਜੀਵ ਸੱਚੇ ਹੋ ਜਾਂਦੇ ਹਨ, ਸਚਿਆਰ ਹੋ ਜਾਂਦੇ ਹਨ, ਉਹਨਾਂ ਦਾ ਮਨ ਤੇਰੇ 'ਤੇ ਪਤੀ ਜਾਂਦਾ ਹੈ। ਭਾਵ ਉਹਨਾਂ ਦਾ ਮਨ ਤੇਰੇ 'ਤੇ ਭਰੋਸਾ ਕਰ, ਤੇਰੇ ਮੰਨ ਲੈਂਦਾ ਹੈ। ਕਈ ਗੱਲਾਂ 'ਚ ਆਪਣਾ ਮਨ ਮੰਨਦਾ ਨਹੀਂ ਹੈ। ਔਰ ਕਰਨਾ ਮੇਰਾ ਨਹੀਂ ਮਨ ਮੰਨਦਾ। ਜਿਵੇਂ ਵੀ ਰਾਵਣ ਦਾ 1.25 ਲੱਖ ਪੁੱਤਰ ਅਤੇ 1.25 ਲੱਖ ਪੋਤਰਾ ਸੀ। ਕਹਿੰਦੇ ਮੇਰਾ ਮਨ ਅੱਜ ਤੱਕ ਨਹੀਂ ਮੰਨਿਆ ਵੀ ਇੱਕ ਬੰਦੇ ਦਾ 1.25 ਲੱਖ ਪੁੱਤਰ ਹੈ, ਧੀ ਕੋਈ ਨਹੀਂ ਹੋਈ। 1.25 ਲੱਖ ਪੋਤਰ ਹੈ, ਕੀ ਪੋਤਰੀ ਕੋਈ ਨਹੀਂ ਹੋਈ। ਅਤੇ ਇੱਕ ਬੰਦੇ ਦੇ ਇੰਨੇ ਬੱਚੇ ਕਿਵੇਂ ਹੋ ਸਕਦੇ ਹਨ। ਪਰ ਕਿਉਂਕਿ ਧਾਰਮਿਕ ਗ੍ਰੰਥਾਂ ਲਿਖਿਆ ਹੋਇਆ ਹੈ, ਇਸ ਲਈ ਠੀਕ ਹੈ, ਚੱਲ ਰਿਹਾ। ਇਹ ਕਈ ਵਾਰੀ ਕਈ ਗੱਲਾਂ ਨੂੰ ਮਨ ਨਹੀਂ ਮੰਨਦਾ, ਪਰ ਜਿਸ 'ਤੇ ਪਰਮਾਤਮਾ ਦਿਆਲੂ ਹੋ ਜਾਂਦਾ ਹੈ, ਉਹਦਾ ਮਨ ਫਿਰ ਪਰਮਾਤਮਾ ਨੂੰ ਮੰਨ ਜਾਂਦਾ ਵੀ ਵਾਕਈ ਪਰਮਾਤਮਾ ਹੈਗਾ। ਪਤਿਆ ਜਾਂਦਾ, ਪਤੀ ਜਾਂਦਾ। ਹਉ ਵਾਰੀ ਜੀਓ ਵਾਰੀ, ਸ਼ਬਦ ਸੁਹਾਵਣੇ। ਜਿਹੜੇ ਪਰਮਾਤਮਾ ਦੇ ਨਾਮ ਨਾਲ ਜਿਨ੍ਹਾਂ ਦਾ ਜੀਵਨ ਸੋਹਣਾ ਹੋ ਗਿਆ, ਸ਼ਬਦ ਸੁਹਾਵਣੇ।
ਸ਼ਬਦ ਨਾਲ ਪਾ ਪਰਮਾਤਮਾ ਦੇ ਨਾਮ ਨਾਲ, ਜਿਨ੍ਹਾਂ ਦਾ ਜੀਵਨ ਸੁਹਾਵਣਾ ਹੋ ਗਿਆ, ਵਧੀਆ ਹੋ ਗਿਆ ਹੈ, ਹੋਂ ਵਾਰੀ ਜੀਉ ਵਾਰੀ, ਮੈਂ ਉਸ ਤੋਂ ਆਪਣੀ ਜਿੰਦ ਵਾਰਦਾ, ਮੈਂ ਉਸ ਤੋਂ ਆਪਣੀ ਜਿੰਦ ਵਾਰਦਾ। ਕਿਸ ਤੋਂ? ਜਿਹਦਾ ਨਾਮ ਦੇ ਨਾਲ ਜੀਵਨ ਸੰਵਰ ਗਿਆ ਹੈ, ਸੋਹਣਾ ਹੋ ਗਿਆ। ਕਿਉਂਕਿ ਪਰਮਾਤਮਾ ਦਾ ਨਾਮ ਸਾਡੇ ਜੀਵਨ ਨੂੰ ਸਵਾਰਦਾ ਹੈ। ਘਟੀਆ ਬੰਦਾ ਹੌਲੀ ਹੌਲੀ ਵਧੀਆ ਬਣਦਾ ਜਾਂਦਾ ਹੈ। ਪਰਮਾਤਮਾ ਦਾ ਨਾਮ ਸਵਾਰਦਾ ਹੈ ਜੀਵਨ। ਅੰਮ੍ਰਿਤ ਨਾਮ ਸਦਾ ਸੁਖ ਦਾਤਾ। ਪਰਮਾਤਮਾ ਦਾ ਨਾਮ ਅੰਮ੍ਰਿਤ ਹੈ, ਅਮਰ ਕਰ ਦੇਣ ਵਾਲਾ ਹੈ। ਇਹ ਸਦਾ ਹੀ ਸੁੱਖਾਂ ਦਾ ਦਾਤਾ ਹੈ। ਪਰਮਾਤਮਾ ਦਾ ਨਾਮ ਜਪ ਕੇ ਜੀਵ ਨੂੰ ਸੁੱਖ ਮਿਲਦਾ। ਸਭ ਪ੍ਰਕਾਰ ਦੇ ਸੁੱਖ ਪਰਮਾਤਮਾ ਦੇ ਨਾਮ ਵਿੱਚ ਹਨ। ਗੁਰਮਤੀ ਮਨ ਵਸਾਵਨਿਆ। ਪਰ ਕਿਹਦੇ ਮਨ 'ਚ ਵਸਦਾ ਨਾਮ? ਜਿਹੜਾ ਗੁਰੂ ਦੀ ਮੱਤ 'ਤੇ ਚੱਲਦਾ ਹੈ। ਗੁਰੂ ਦੀ ਮੱਤ 'ਤੇ ਚੱਲਣ ਵਾਲਿਆਂ ਦੇ ਮਨ ਵਿੱਚ ਫਿਰ ਇਹ ਪਰਮਾਤਮਾ ਦਾ ਨਾਮ ਵਸ ਜਾਂਦਾ। ਜਿਹੜੇ ਆਪਣੀ ਮਰਜ਼ੀ ਕਰਦੇ ਨੇ ਉਹਨਾਂ ਦੇ ਮਨ 'ਚ ਪਰਮਾਤਮਾ ਦਾ ਨਾਮ ਨਹੀਂ ਵਸਦਾ। ਜਿਹੜੇ ਗੁਰਮਤਿ ਅਨੁਸਾਰ ਚੱਲਦੇ ਨੇ, ਭਾਵ ਜਿਹੜੇ ਗੁਰਬਾਣੀ ਅਨੁਸਾਰ ਚੱਲਦੇ ਹਨ, ਉਹ ਨਾਮ ਉਹਨਾਂ ਦੇ ਮਨ 'ਚ ਵਸ ਜਾਂਦਾ। ਅਤੇ ਨਾਮ ਹੈਗਾ ਸੁਖ ਦਾਤਾ। ਇਹ ਦਿੰਦਾ ਜੀਵ ਨੂੰ ਸੁਖ ਦਿੰਦਾ ਹੈ। ਤਾਂ ਹੀ ਪੰਜ ਪਾਹੇ ਸੁਖ ਨਾਹੀ ਰੇ ਹਰ ਭਗਤ ਬਿਨਾ। ਪਰਮਾਤਮਾ ਦੀ ਭਗਤੀ ਤੋਂ ਬਿਨਾਂ ਸੁਖ ਹੈ ਹੀ ਨਹੀਂ। ਇਸ ਲਈ ਜਿਹਨੇ ਸੁਖੀ ਰਹਿਣਾ ਉਹਨੂੰ ਪਰਮਾਤਮਾ ਦਾ ਨਾਮ ਜ਼ਰੂਰ ਜਪਣਾ ਪਏਗਾ। ਕਿਉਂਕਿ ਜਿਹੜੀਆਂ ਸੰਸਾਰਕ ਚੀਜ਼ਾਂ ਨੇ ਸਾਡੇ ਸਰੀਰ ਨੂੰ ਸੁੱਖ ਦਿੰਦੀਆਂ, ਮਨ ਨੂੰ ਨਹੀਂ ਦਿੰਦੀਆਂ। ਬੜੇ ਬੜੇ ਅਮੀਰ ਮੈਂ ਵੇਖੇ ਨੇ ਜਿਹੜੇ ਕਲਪਦੇ ਰਹਿੰਦੇ ਨੇ। ਉਂਝ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ, ਨਾ ਮਾਇਆ ਦੀ ਨਾ ਪਦਾਰਥਾਂ ਦੀ, ਪਰ ਨਾਮ ਨਾ ਜਪਣ ਕਾਰਨ ਉਹ ਕਲਪਦੇ ਰਹਿੰਦੇ ਹਨ। ਇਸ ਲਈ ਪਰਮਾਤਮਾ ਦੇ ਨਾਮ ਤੋਂ ਬਿਨਾਂ ਮਾਨਸਿਕ ਸ਼ਾਂਤੀ ਨਹੀਂ ਮਿਲਦੀ, ਮਾਨਸਿਕ ਸੁੱਖ ਨਹੀਂ ਮਿਲਦਾ। ਮਾਇਆ ਨਾਲ ਸਰੀਰਕ ਸੁੱਖ ਮਿਲਦਾ, ਮਾਨਸਿਕ ਸੁੱਖ ਨਹੀਂ ਮਿਲਦਾ। ਅੱਗੇ ਕਹਿੰਦੇ ਨਾ ਕੋ ਮੇਰਾ ਹੋਂ ਕਿਸ ਕੇਰਾ। ਨਾ ਮੇਰਾ ਕੋਈ, ਨਾ ਮੈਂ ਕਿਸੇ ਦਾ। ਨਾ ਕੋਈ ਮੇਰਾ, ਨਾ ਮੈਂ ਕਿਸੇ ਦਾ। ਅੱਜ ਹੀ ਟੈਲੀਫੋਨ ਮੈਨੂੰ ਰਿਸ਼ਤੇਦਾਰਾਂ ਦਾ ਆਇਆ ਕਿ ਉਹਨਾਂ ਦੇ ਪਿੰਡ ਬੰਦਾ ਇੱਕ, ਉਹਨੂੰ ਕਰੋਨਾ ਹੋ ਗਿਆ। ਉਹਨਾਂ ਸਾਰੇ ਰਿਸ਼ਤੇਦਾਰ ਵਾਰੀ ਵਾਰੀ ਟੈਲੀਫੋਨ ਕੀਤਾ ਕਿ ਮੈਨੂੰ ਕਿਸੇ ਤਰ੍ਹਾਂ ਹਸਪਤਾਲ ਪਹੁੰਚਾ ਦਿਓ। 2 ਦਿਨ ਕੋਈ ਆਇਆ ਹੀ ਨਹੀਂ ਹੈ। ਅਗਲਾ ਕਹਿੰਦਾ ਅਸੀਂ ਮਰਨਾ। ਅੱਜ ਤੀਜੇ ਦਿਨ ਕੋਈ ਰਿਸ਼ਤੇਦਾਰ, ਦੂਰ ਦਾ ਕੋਈ ਰਿਸ਼ਤੇਦਾਰ ਐਂਬੂਲੈਂਸ ਲੈ ਕੇ ਆਇਆ, ਫਿਰ ਉਹਨੂੰ ਹਸਪਤਾਲ ਦਾਖਲ ਕਰਾਇਆ। ਇਹਦੇ ਕੋਈ ਨਹੀਂ ਨਾ ਫਿਰ ਕਿਸੇ ਦਾ। ਇਹ ਸਾਰੇ ਸੁੱਖ ਮੈਂ ਆਉਣ ਮਿਲਤ ਬਹੁਤ ਬੈਠਤ ਕਰਨਾ, ਬੜੇ ਆ ਕੇ ਮਿਲਦੇ ਨੇ ਸੁੱਖ ਹੈ। ਜਦੋਂ ਬਿਪਤਾ ਪੇ ਸਭ ਗਏ। ਹਾਂ, ਬਿਪਤ ਪਰੀ ਸਭੀ ਸੰਗ ਛੱਡ, ਉਦੋਂ ਸਭ ਛੱਡ ਜਾਂਦੇ ਨੇ। ਅੱਜ ਇਹੀ ਗੱਲ ਦੱਸੀ, ਕਹਿੰਦੇ ਨਜ਼ਦੀਕੀ ਤੋਂ ਨਜ਼ਦੀਕੀ ਰਿਸ਼ਤੇਦਾਰ ਵੀ ਉਹਨੂੰ ਹਸਪਤਾਲ ਨਹੀਂ ਲੈ ਕੇ ਗਿਆ 2 ਦਿਨ। ਵਾਰੀ ਵਾਰੀ ਟੈਲੀਫੋਨ ਸਭ ਨੂੰ ਕਰਦਾ ਰਿਹਾ। ਪਰ ਤੀਜੇ ਦਿਨ ਅੱਜ ਰਿਸ਼ਤੇਦਾਰ ਹੈ ਉਹ ਲੈ ਕੇ ਗਏ ਚੱਕਰ ਅਨੁਸਾਰ। ਸਭ ਛੱਡ ਛੱਡੇ ਜਾਂਦੇ ਨੇ। ਇਸ ਲਈ ਕਹਿੰਦੇ ਨਾ ਕੋਈ ਮੇਰਾ ਹੋਂ ਕਿਸ ਕੇਰਾ। ਮੈਂ ਕਿੱਦਾਂ ਫਿਰ, ਮੈਂ ਵੀ ਕਿਸੇ ਦਾ ਨਹੀਂ। ਫਿਰ ਮੇਰਾ ਕੌਣ ਹੈ? ਕਹਿੰਦੇ ਸਾਚਾ ਠਾਕੁਰ ਤ੍ਰਿਭਵਨ ਮੇਰਾ। ਤਿੰਨਾਂ ਭਵਨਾਂ ਦਾ ਜਿਹੜਾ ਮਾਲਕ ਹੈ ਨਾ, ਉਹ ਹੈ ਮੇਰਾ, ਉਹ ਅਸਲ ਮੇਰਾ ਹੈ। ਹੁਣ ਉਸਨੇ ਅਖੀਰ ਜਦ ਦੇਖਿਆ ਕੋਈ ਰਿਸ਼ਤੇਦਾਰ ਨਹੀਂ ਹੁੰਦਾ, ਹੋ ਸਕਦਾ ਉਹਨੇ ਪਰਮਾਤਮਾ ਨੂੰ, ਗੁਰੂ ਮਹਾਰਾਜ ਨੂੰ ਬੇਨਤੀ ਕੀਤੀ, ਉਹ ਸੱਚੇ ਪਾਤਸ਼ਾਹ ਕਿਸੇ ਨੂੰ ਭੇਜੋ। ਫਿਰ ਉਹਨਾਂ ਨੇ ਕਿਰਪਾ ਕਰਤੀ। ਪਰਮਾਤਮਾ ਫਿਰ ਉਹਦੇ ਰੂਪ 'ਚ ਆ ਗਿਆ ਵੀ ਲੈ ਪਹਿਚਾਣ ਲੈ ਜਾਂਦੇ।
ਇਸ ਲਈ ਜਦੋਂ ਕੋਈ ਓਟ ਆਸਰਾ ਨਾ ਰਹੇ, ਫਿਰ ਬੰਦੇ ਨੂੰ ਪਰਮਾਤਮਾ ਦਾ ਓਟ ਆਸਰਾ ਲੈਣਾ ਚਾਹੀਦਾ। ਅਤੇ ਜੇ ਪਹਿਲਾਂ ਹੀ ਬੰਦਾ ਪਰਮਾਤਮਾ ਦੇ ਓਟ ਆਸਰੇ ਰਹੇ ਤਾਂ ਫਿਰ ਸੌਖਾ ਰਹਿੰਦਾ। ਹਉਮੈ ਕਰ ਕਰ ਜਾਏ ਕਨੇਰੀ, ਬਥੇਰੇ ਨੇ ਜਿਹੜੇ ਹੰਕਾਰ ਕਰ ਕਰਕੇ ਸੰਸਾਰ ਤੋਂ ਚਲੇ ਗਏ। ਜਦੋਂ ਬੰਦਾ ਹੰਕਾਰ ਕਰਦਾ ਫਿਰ ਔਗਣ ਕਰਦਾ ਹੈ। ਕਰ ਅਵਗਣ ਪਛੋਤਾਵਨ, ਫਿਰ ਔਗਣ ਕਰਦਾ, ਮਾੜੇ ਕੰਮ ਕਰਦਾ ਅਤੇ ਫਿਰ ਪਛਤਾਉਂਦਾ ਰਹਿੰਦਾ, ਫਿਰ ਪਛਤਾਉਂਦਾ ਰਹਿੰਦਾ। ਹੁਕਮ ਪਛਾਣੇ ਸੋ ਹਰ ਗੁਣ ਵਖਾਣੇ, ਗੁਰ ਕੈ ਸ਼ਬਦ ਨਾਮ ਨਿਸ਼ਾਨੇ, ਸਭਨਾ ਕਾ ਦਰ ਲੇਖਾ ਸੱਚੈ, ਛੂਟਸ ਨਾਮ ਸੁਹਾਵਣਿਆ। ਹੁਕਮ ਪਛਾਣਾ, ਜਿਹੜਾ ਪਰਮਾਤਮਾ ਦੇ ਹੁਕਮ ਨੂੰ ਜਾਣ ਲੈਂਦਾ ਹੈ, ਸੋ ਹਰ ਗੁਣ ਵਿਖਾਣਾ, ਉਹ ਪਰਮਾਤਮਾ ਦੇ ਗੁਣਾਂ ਦਾ ਵਰਣਨ ਕਰਦਾ, ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ, ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੈਨੂੰ ਹੁਕਮ ਹੀ ਇੱਕੋ ਹੈ। ਨਾਨਕ ਏਕੋ ਹੁਕਮ ਹੈ, ਸਤਿਗੁਰ ਦੀਆ ਬੁਝਾਏ ਜੀਓ। ਇੱਕੋ ਹੀ ਹੁਕਮ ਹੈ ਕਿ ਮੇਰਾ ਨਾਮ ਜਪਣਾ। ਬਸ ਜਦੋਂ ਹੁਕਮ ਦੀ ਪਹਿਚਾਣ ਆ ਜਾਂਦੀ ਹੈ, ਪਤਾ ਲੱਗਦਾ ਕਿ ਪਰਮਾਤਮਾ ਕੀ ਹੋਵੇ, ਫਿਰ ਬਸ ਉਹ ਹਰੀ ਦੇ ਗੁਣ ਗਾਉਂਦਾ। ਗੁਰ ਕੈ ਸ਼ਬਦ ਨਾਮ ਨਿਸ਼ਾਨ, ਗੁਰੂ ਦੇ ਸ਼ਬਦ ਰਾਹੀਂ, ਬਾਣੀ ਰਾਹੀਂ, ਗੁਰੂ ਦਿੱਤੇ ਗੁਰਮੰਤਰ ਰਾਹੀਂ ਉਹਦੇ ਕੋਲ ਨਾਮ ਦਾ ਨਿਸ਼ਾਨ ਹੁੰਦਾ, ਨਾਮ ਦਾ ਝੰਡਾ ਹੁੰਦਾ, ਕੋਈ ਫਿਰ ਰੁਕਾਵਟ ਨਹੀਂ ਪੈਂਦਾ। ਜਿਵੇਂ ਜੰਗ ਹੋ ਰਹੀ ਹੋਵੇ, ਕਿਸੇ ਕੋਲ ਚਿੱਟੇ ਰੰਗ ਦਾ ਝੰਡਾ ਹੋਵੇ ਨਾ, ਉਹਨੂੰ ਕੋਈ ਨਹੀਂ ਮਾਰਦਾ, ਉਹਨੂੰ ਕੋਈ ਨਹੀਂ ਮਾਰਦਾ ਵੀ ਇਹ ਗੱਲਬਾਤ ਕਰਨ ਲਈ ਆ ਰਿਹਾ ਹੈ, ਸਾਡੇ 'ਤੇ ਕੋਈ ਹਮਲਾ ਕਰਨ ਨਹੀਂ ਆ ਰਿਹਾ। ਸੋ ਇਸ ਲਈ ਉਹਦੇ ਕੋਲ ਨਾਮ ਦਾ ਨਿਸ਼ਾਨ ਹੁੰਦਾ ਹੈ, ਕਿ ਗੁਰੂ ਦੇ ਰਾਹੀਂ ਉਹਦੇ ਕੋਲ ਨਾਮ ਦਾ ਨਿਸ਼ਾਨ ਹੁੰਦਾ। ਨਾਮ ਦਾ ਉਹਨੇ ਨਾਮ ਜਪਿਆ, ਨਾਮ ਜਪਿਆ। ਸਭਨਾ ਕਾ ਦਰ ਲੇਖਾ ਸੱਚੈ, ਸਾਰਿਆਂ ਦਾ ਪਰਮਾਤਮਾ ਦੇ ਦਰ 'ਤੇ ਕਰਮਾਂ ਦਾ ਲੇਖਾ ਹੁੰਦਾ। ਫਿਰ ਛੁਟਕਾਰਾ ਕਿਹਦਾ ਹੁੰਦਾ? ਛੂਟਸ ਨਾਮ ਸੁਹਾਵਣਿਆ। ਛੁਟਕਾਰਾ ਉਹਦਾ ਹੁੰਦਾ ਜਿਹੜਾ ਨਾਮ ਰਾਹੀਂ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸੁਹਾਵਣਾ ਬਣਾ ਲਿਆ, ਜਿਨ੍ਹਾਂ ਦਾ ਨਾਮ ਰਾਹੀਂ ਜੀਵਨ ਸੋਹਣਾ ਬਣ ਗਿਆ ਨਾ, ਜਿਹਨੇ ਮਾੜੇ ਕੰਮ ਛੱਡਤੇ ਨਾਮ ਜਪਣ ਲੱਗੇ, ਕਹਿੰਦੇ ਉਹਨਾਂ ਦਾ ਛੁਟਕਾਰਾ ਹੁੰਦਾ। ਮਨਮੁਖ ਭੂਲਾ ਠੌਰ ਨਾ ਪਾਏ, ਜਮਦਰ ਬੱਧਾ ਚੋਟਾਂ ਖਾਏ, ਬਿਨ ਨਾਮੇ ਕੋ ਸੰਗ ਨਾ ਸਾਥੀ, ਮੁਕਤੇ ਨਾਮ ਧਿਆਵਣੇ। ਮਨਮੁਖ ਭੂਲਾ ਠੌਰ ਨਾ ਪਾਏ, ਠੌਰ ਥਾਂ ਨੂੰ ਕਹਿੰਦੇ। ਮਨਮੁਖ ਹੈ, ਇਹ ਪਰਮਾਤਮਾ ਨੂੰ ਭੁੱਲਿਆ ਹੋਇਆ ਮਨਮੁਖ ਕਹਿੰਦੇ ਉਹਨੂੰ ਨੇ, ਜਿਹੜਾ ਮਨ ਮਰਜ਼ੀ ਕਰੇ। ਗੁਰੂ ਮਹਾਰਾਜ ਕਹਿੰਦੇ ਭਾਈ ਨਾਮ ਜਪੋ। ਮਨਮੁਖ ਆਪਣੀ ਮਰਜ਼ੀ ਕਰਦਾ ਹੈ, ਉਹ ਗੁਰੂ ਦੀ ਗੱਲ ਹੀ ਨਹੀਂ ਮੰਨਦਾ ਹੈ, ਭੁੱਲਾ ਹੈ, ਉਹ ਰੱਬ ਨੂੰ ਭੁਲਾ ਬੈਠਾ ਹੈ। ਠੌਰ ਨਾ ਪਾਏ, ਉਹਨੂੰ ਕਿਤੇ ਟਿਕਾਣਾ ਹੀ ਨਹੀਂ ਮਿਲਦਾ, ਕਦੇ ਕਿਸੇ ਜਨਮ 'ਚ ਕਦੇ ਕਿਸੇ ਜਨਮ 'ਚ ਐਂ ਫਿਰੀ ਜਾਂਦਾ ਹੈ, ਕਿਤੇ ਪੱਕਾ ਟਿਕਾਣਾ ਨਹੀਂ ਮਿਲਦਾ। ਜਮਦਰ ਬੱਧਾ ਚੋਟਾਂ ਖਾਏ, ਜਮਾਂ ਦੇ ਦਰ 'ਤੇ ਉਹਨੂੰ ਬੰਨ੍ਹ ਲਿਆ ਜਾਂਦਾ ਹੈ ਅਤੇ ਫਿਰ ਕੁੱਟ ਖਾਂਦਾ ਹੈ। ਚੋਟਾਂ ਖਾਏ, ਸੱਟਾ ਖਾਂਦਾ, ਉਹ ਕੁੱਟ ਖਾਂਦਾ ਹੈ ਕਿ ਉਹਨੇ ਮਨ ਮਰਜ਼ੀ ਕੀਤੀ, ਨਾਮ ਜਪਿਆ ਨਹੀਂ, ਪੁੱਠੇ ਕੰਮ ਕੀਤੇ, ਫਿਰ ਜਮਦੂਤ ਕੁੱਟਦੇ ਨੇ। ਬਿਨ ਨਾਮੇ ਕੋ ਸੰਗ ਨਾ ਸਾਥੀ, ਨਾਮ ਤੋਂ ਬਿਨਾਂ ਨਾ ਕੋਈ ਸੰਗੀ ਹੈ ਨਾ ਕੋਈ ਸਾਥੀ। ਨਾਮ ਨੇ ਹੀ ਸਾਡੇ ਨਾਲ ਮਰਨ ਤੋਂ ਬਾਅਦ ਜਾਣਾ। ਨਾਮ ਜਿਉਂਦਿਆਂ ਵੀ ਸਾਡਾ ਸਾਥੀ ਹੈ, ਮਰਨ ਤੋਂ ਬਾਅਦ ਵੀ ਸਾਡਾ ਸਾਥੀ ਹੈ। ਸਾਥੀ ਉਹਨੂੰ ਕਿ ਜਿਹੜਾ ਸਾਥ ਦੇਵੇ। ਸੰਸਾਰ 'ਚ ਰਹਿੰਦੇ ਜਿਹਨਾਂ ਨੂੰ ਅਸੀਂ ਸਾਥੀ ਕਹਿੰਦੇ, ਔਖੇ ਵੇਲੇ ਸਾਥ ਛੱਡ ਜਾਂਦੇ ਨੇ।
ਪਰਮਾਤਮਾ ਦਾ ਨਾਮ ਹੈ, ਇਹ ਔਖੇ ਵੇਲੇ ਵੀ ਨਾਲ ਹੀ ਹੈ ਅਤੇ ਮਰਨ ਤੋਂ ਬਾਅਦ ਵੀ ਇਹ ਨਾਲ ਹੀ ਜਾਂਦਾ ਹੈ। ਇਸੇ ਨਾਮ ਤੋਂ ਬਿਨਾਂ ਕੋਈ ਸੰਗੀ ਸਾਥੀ ਨਹੀਂ। ਮੁਕਤੇ ਨਾਮ ਧਿਆਵਣੇ, ਜਿਹੜੇ ਨਾਮ ਜਪਦੇ ਨੇ ਉਹ ਮੁਕਤ ਹੋ ਜਾਂਦੇ ਆ, ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ। ਸਾਕਤ ਕੂੜੇ ਸੱਚ ਨਾ ਭਾਵੈ, ਦੁਬਿਧਾ ਬੰਧ ਆਵੈ ਜਾਵੈ, ਲਿਖਿਆ ਲੇਖ ਨ ਮਿਟੈ ਕੋਈ, ਗੁਰਮੁਖ ਮੁਕਤ ਕਰਾਵਣੇ। ਜਿਹੜਾ ਸਾਕਤ ਹੁੰਦਾ ਇਹ ਝੂਠ ਹੈ, ਇਹਨੂੰ ਸੱਚ ਚੰਗਾ ਹੀ ਨਹੀਂ ਲੱਗਦਾ। ਸੱਚ ਨਾ ਭਾਵੇਂ ਚੰਗਾ ਲੱਗਣਾ, ਝੂਠੇ ਨੂੰ ਸੱਚ ਚੰਗਾ ਲੱਗੇ ਹੀ ਨਹੀਂ ਕਦੇ, ਕੁਦਰਤੀ ਗੱਲ ਹੈ। ਝੂਠੇ ਨੂੰ ਸੱਚੀ ਗੱਲ ਕਹਿ ਦਿਓ ਕੋਈ ਸੜ ਬਲ ਜਾਂਦਾ, ਉਹਨੂੰ ਸੱਚ ਚੰਗਾ ਹੀ ਨਹੀਂ ਲੱਗਦਾ, ਉਹਨੂੰ ਪਰਮਾਤਮਾ ਦਾ ਨਾਮ ਚੰਗਾ ਹੀ ਨਹੀਂ ਲੱਗਦਾ। ਸਾਕਤ ਮਾਇਆ ਧਾਰੀ ਹੈ ਨਾ, ਜਿਹੜਾ ਮਾਇਆ ਧਾਰੀ ਹੁੰਦਾ ਹੈ ਉਹਨੂੰ ਪਰਮਾਤਮਾ ਦਾ ਨਾਮ ਚੰਗਾ ਹੀ ਨਹੀਂ ਲੱਗਦਾ। ਦੁਬਿਧਾ ਬੰਧ, ਉਹ ਦੁਬਿਧਾ 'ਚ ਵੱਝਿਆ ਰਹਿੰਦਾ ਹੈ, ਉਸ ਤੋਂ ਨਿਰਣੇ ਹੀ ਨਹੀਂ ਹੁੰਦਾ ਵੀ ਕਿਹੜੇ ਪਾਸੇ ਜਾਵਾਂ। ਉਹ ਦੁਬਿਧਾ 'ਚ ਹੀ ਰਹਿੰਦਾ ਅਤੇ ਆਵੈ ਜਾਵੈ, ਜੰਮਦਾ ਮਰਦਾ ਰਹਿੰਦਾ ਹੈ। ਲਿਖਿਆ ਲੇਖ ਨ ਮੇਟੈ ਕੋਈ, ਗੁਰਮੁਖ ਮੁਕਤ ਕਰਾਵਣੇ। ਜੋ ਪਰਮਾਤਮਾ ਨੇ ਲੇਖ ਲਿਖਤ ਕਿਸਮਤ ਲਿਖ ਦਿੱਤੀ ਹੈ, ਉਹਨੂੰ ਕੋਈ ਮਿਟਾ ਨਹੀਂ ਸਕਦਾ। ਹੁਣ ਮਿਟੇਗਾ ਕਿਵੇਂ ਉਹ? ਗੁਰਮੁਖ ਮੁਕਤ ਕਰਾਵਣੇ। ਹਾਂ, ਜਿਹੜਾ ਗੁਰਮੁਖ ਹੁੰਦਾ, ਜਿਹੜਾ ਗੁਰੂ ਹੁੰਦਾ, ਉਹ ਜੀਵ ਨੂੰ ਮੁਕਤ ਕਰ ਦਿੰਦਾ ਹੈ, ਉਹਦੇ ਲੇਖਾਂ ਨੂੰ ਮਿਟਾ ਦਿੰਦਾ। ਪਰਮਾਤਮਾ ਨੇ ਸਾਡੇ ਕਰਮ ਵੇਖ ਕੇ ਸਾਡੀ ਕਿਸਮਤ ਲਿਖਤੀ, ਪਰ ਪਰਮਾਤਮਾ ਕਿ ਦਿਆਲੂ ਕਿਰਪਾਲੂ ਹੈ, ਉਹਨੇ ਦੇਖਿਆ ਵੀ ਮੈਂ ਤੇਰੇ ਕਰਮ ਵੇਖੇ ਅਤੇ ਅੱਗੇ ਦੀ ਕਿਸਮਤ ਲਿਖਤੀ। ਅਗਰ ਇਹ ਆਪਣੀ ਕਿਸਮਤ ਨਾਲ ਸੰਤੁਸ਼ਟ ਨਹੀਂ, ਬਹੁਤ ਜ਼ਿਆਦਾ ਦੁਖੀ ਹੈ, ਉਸ ਦੁੱਖ ਤੋਂ ਆਪਣਾ ਬਚਾਅ ਚਾਹੁੰਦਾ ਹੈ, ਤਾਂ ਪਰਮਾਤਮਾ ਨੇ ਗੁਰੂਆਂ ਰਾਹੀਂ ਕਹਿਤਾ ਕਿ ਜਿਹੜੇ ਮੇਰੀ ਬੰਦੀ ਭਗਤ ਛੁਡਾਵੇ। ਜੋ ਮੈਂ ਕਿਸੇ ਦੇ ਲੇਖ ਲਿਖਦੇ ਨਾ, ਉਹ ਭਗਤ ਬਦਲ ਸਕਦਾ ਹੈ, ਮੈਂ ਨਹੀਂ ਬਦਲ ਸਕਦਾ। ਉਹ ਭਗਤ ਬਦਲ ਸਕਦਾ, ਉਹ ਗੁਰੂ ਬਦਲ ਸਕਦਾ ਹੈ। ਇਸ ਲਈ ਸਿੱਖ ਨੂੰ ਜਦੋਂ ਵੀ ਕੋਈ ਮੁਸੀਬਤ ਹੁੰਦੀ ਹੈ, ਉਹ ਗੁਰੂ ਦੇ ਦਰ 'ਤੇ ਆਉਂਦਾ। ਉਹਨੂੰ ਪਤਾ ਹੈ ਵੀ ਜਿਹੜੀ ਵਿਪਤਾ ਆ ਪਈ ਹੈ, ਇਹ ਮੇਰੇ ਹੀ ਕਰਮਾਂ ਕਾਰਨ ਹੈ। ਹੁਣ ਉਸ ਵਿਪਤਾ ਤੋਂ ਬਚਣਾ ਚਾਹੁੰਦਾ, ਉਹਨੂੰ ਟਾਲਣਾ ਚਾਹੁੰਦਾ ਹੈ, ਉਹ ਸ਼ਕਤੀ ਪਰਮਾਤਮਾ ਨੇ ਗੁਰੂ ਜਾਂ ਕਿਸੇ ਸਾਧੂ ਨੂੰ ਦਿੱਤੀ ਹੋਈ ਹੈ। ਹੁਣ ਜਦੋਂ ਗੁਰੂ ਮਹਾਰਾਜ ਸਰੀਰ ਰੂਪ ਵਿੱਚ ਸਨ, ਉਹ ਸਿੱਧਾ ਹੀ ਸਿੱਖ ਦੀ ਵਿਪਤਾ ਦੂਰ ਕਰਦੇ ਸਨ। ਅੱਜ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਭਾਵੇਂ ਬਾਣੀ ਹੈ। ਅੱਜ ਸਾਡੇ ਦੁੱਖਾਂ ਦੀ ਨਿਵਰਤੀ ਬਾਣੀ ਨਾਲ ਹੋਣੀ ਹੈ। ਬਾਣੀ ਪੜ੍ਹ ਕੇ ਹੀ ਸਾਡੀ ਕਿਸਮਤ ਬਦਲਣੀ ਹੈ। ਪਰਮਾਤਮਾ ਨੇ ਮੰਨ ਲਓ ਗਰੀਬੀ ਲਿਖ ਦਿੱਤੀ ਹੈ, ਬਾਣੀ ਪੜ੍ਹ ਕੇ ਅਸੀਂ ਗਰੀਬੀ 'ਚ ਬਾਹਰ ਨਿਕਲ ਸਕਦੇ ਹਾਂ। ਪਰਮਾਤਮਾ ਨੇ ਦੁੱਖ ਲਿਖਦੇ ਨੇ, ਬਾਣੀ ਪੜ੍ਹ ਕੇ ਅਸੀਂ ਦੁੱਖਾਂ ਨੂੰ ਬਦਲ ਸਕਦੇ ਹਾਂ। ਹੋਰ ਕੋਈ ਢੰਗ ਤਰੀਕੇ ਨਹੀਂ। ਰੋਣ ਪਿੱਟਣ ਨਾਲ ਕਦੇ ਕਿਸਮਤਾਂ ਨਹੀਂ ਬਦਲਦੀਆਂ। ਸੰਸਾਰਕ ਯਤਨ ਕਰਨ ਨਾਲ ਵੀ ਕਿਸਮਤਾਂ ਨਹੀਂ ਬਦਲਦੀਆਂ। ਕਿਸਮਤ ਨਾਮ ਜਪ ਕੇ ਅਤੇ ਬਾਣੀ ਪੜ੍ਹ ਕੇ ਬਦਲਦੀ ਹੈ। ਇਸ ਲਈ ਜਿਸ ਨੇ ਬੈਡ ਲੱਕ ਤੋਂ ਆਪਣੀ ਗੁੱਡ ਲੱਕ ਬਣਾਉਣੀ ਹੈ, ਉਹ ਜਾਂ ਬਾਣੀ ਪੜ੍ਹੋ ਜਾਂ ਪਰਮਾਤਮਾ ਦਾ ਨਾਮ ਜਪੋ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਲਿਖਿਆ ਲੇਖ ਨਾ ਮਿਟੈ ਕੋਈ। ਉਂਝ ਦੇ ਕੋਈ ਵੀ ਪਰਮਾਤਮਾ ਦੇ ਲਿਖੇ ਲੇਖ ਨੂੰ ਮਿਟਾ ਨਹੀਂ ਸਕਦਾ, ਪਰ ਗੁਰਮੁਖ ਮੁਕਤ ਕਰਾਵਣੇ। ਪਰ ਜੋ ਗੁਰੂ ਹੁੰਦਾ ਹੈ, ਉਹ ਜੀਵ ਨੂੰ ਮੁਕਤ ਕਰ ਦਿੰਦਾ ਹੈ।
ਗੁਰੂ ਰਾਹੀਂ ਇਸ ਜੀਵ ਨੂੰ ਮੁਕਤੀ ਮਿਲਦੀ ਹੈ। ਸੋ ਗੁਰੂ ਸਮਰੱਥ ਹੁੰਦਾ ਸਾਡੇ ਲੇਖ ਬਦਲਣ ਲਈ, ਸਾਡੇ ਲੇਖਾਂ ਨੂੰ ਮਿਟਾਉਣ ਲਈ। ਸੰਤ ਮਹਾਤਮਾ ਵੀ ਜਿਹੜੇ ਬ੍ਰਹਮ ਗਿਆਨੀ ਉਹ ਵੀ ਸਮਰੱਥ ਹੁੰਦੇ ਨੇ। ਇੱਕ ਮੁੰਡਾ ਬਹੁਤ ਸ਼ਰਾਬ ਪੀਆ ਕਰਦਾ ਸੀ। ਸੰਤ ਈਸ਼ਰ ਸਿੰਘ ਜੀ ਮਹਾਰਾਜ ਉਹਨੂੰ ਕਹਿੰਦੇ ਭਾਈ ਸ਼ਰਾਬ ਪੀਣੀ ਬੰਦ ਕਰ ਦੇ, ਅੰਮ੍ਰਿਤ ਛਕ ਲੈ। ਉਹਨੇ ਨਹੀਂ ਬੰਦ ਕੀਤੀ। ਅਗਲੇ ਮਹੀਨੇ ਕੁਦਰਤੀ ਮਾਂ ਪਿਓ ਨਾਲ ਫਿਰ ਆ ਗਿਆ। ਮਾਂ ਪਿਓ ਕਹਿੰਦੀ ਇਹਨੇ ਤਾਂ ਸ਼ਰਾਬ ਛੱਡੀ ਨਹੀਂ ਹੈ। ਕਹਿੰਦੇ ਕਾਕਾ ਤੈਨੂੰ ਕਿਹਾ ਸੀ ਵੀ ਸ਼ਰਾਬ ਛੱਡ ਦੇ, ਤੂੰ ਛੱਡੀ ਨਹੀਂ। ਕਹਿੰਦਾ ਜੀ ਮਹਾਰਾਜ ਜੀ ਮੈਂ ਫੈਸਲਾ ਕਰ ਲਿਆ ਸੀ ਵੀ ਅੱਗੇ ਤੋਂ ਸ਼ਰਾਬ ਨਹੀਂ ਪੀਵਾਂਗਾ, ਪਰ ਜਦੋਂ ਸ਼ਾਮ ਦੇ 5 ਵਜੇ ਮੇਰੇ ਪੈਰ ਧੱਕੇ ਨਾਲ ਹੀ ਠੇਕੇ 'ਤੇ ਚਲੇ ਜਾਂਦੇ ਨੇ। ਮੈਂ ਛੱਡਣਾ ਚਾਹੁੰਦਾ ਪਰ ਛੱਡ ਨਹੀਂ ਹੁੰਦੀ। ਉਹਨੇ ਦੇਖਿਆ ਵੀ ਮੁੰਡਾ ਸੱਚ ਬੋਲ ਰਿਹਾ ਹੈ। ਇਹਦੇ ਮਗਰਲਾ ਐਸਾ ਜ਼ਬਰਦਸਤ ਕਰਮ ਹੈ ਜਿਹੜਾ ਨੂੰ ਸ਼ਰਾਬ ਛੱਡਣ ਨਹੀਂ ਦਿੰਦਾ। ਮਹਾਂਪੁਰਖ ਕਹਿੰਦੇ ਕਾਕਾ ਨੇੜੇ ਆ, ਇੱਥੇ ਨੇੜੇ ਬਹਿ ਜਾ। ਮਹਾਂਪੁਰਖਾਂ ਨੇ ਧਰਤੀ 'ਤੇ ਅੰਗੂਠਾ ਆਪਣਾ ਲਾਇਆ ਸੱਜਾ, ਉਹਦੇ ਮੱਥੇ 'ਤੇ ਫੇਰਤਾ। ਕਹਿੰਦੇ ਜਾ ਕਾਕਾ ਅਸੀਂ ਤੇਰਾ ਪਿਛਲਾ ਲੇਖ ਮਿਟਾ ਦਿੱਤਾ ਹੈ, ਹੁਣ ਤੂੰ ਅੰਮ੍ਰਿਤ ਛਕ ਲਈ। ਅਤੇ ਮੁੜ ਕੇ ਉਸ ਮੁੰਡੇ ਨੇ ਸ਼ਰਾਬ ਨਹੀਂ ਪੀਤੀ ਅਤੇ ਅੰਮ੍ਰਿਤਧਾਰੀ ਹੋ ਗਿਆ। ਸੋ ਸੰਤ ਮਹਾਤਮਾ ਅਤੇ ਜਿਹੜੇ ਗੁਰੂ ਹਨ ਇਹ ਸਾਡੇ ਲੇਖ ਮਿਟਾ ਸਕਦੇ ਹਨ, ਹੋਰ ਕਿਸੇ ਦੇ ਵਿੱਚ ਕੋਈ ਸਮਰੱਥਾ ਨਹੀਂ। ਇਸ ਲਈ ਭਾਈ ਬਾਣੀ ਪੜ੍ਹਿਆ ਕਰੋ, ਨਾਮ ਜਪਿਆ ਕਰੋ, ਤਾਂ ਜੋ ਸਾਡੀ ਬੈਡ ਲੱਕ ਗੁੱਡ ਲੱਕ ਸਮਾਂ ਪਾ ਕੇ ਬਦਲ ਜਾਵੇ। ਰਾਤੇ ਰਾਤ ਕੁਛ ਨਹੀਂ ਹੋ ਜਾਣਾ। ਕਿਸੇ ਵੀ ਤਬਦੀਲੀ ਨੂੰ ਟਾਈਮ ਲੱਗਦਾ ਹੈ। ਹੁਣ ਜਦ ਦੇਸ਼ ਗੁਲਾਮ ਸੀ, ਦੇਸ਼ ਆਜ਼ਾਦੀ ਚਾਹੁੰਦਾ ਸੀ, ਆਜ਼ਾਦੀ ਰਾਤੇ ਰਾਤ ਨਹੀਂ ਮਿਲ ਗਈ। 1885 ਈਸਵੀ ਦੇ ਵਿੱਚ ਆਜ਼ਾਦੀ ਮੰਗਣੀ ਸ਼ੁਰੂ ਕੀਤੀ, 1885 'ਚ ਜਾ ਕੇ 1947 'ਚ ਜਾ ਕੇ ਮਿਲੇ। ਛੇਤੀ ਨਹੀਂ ਕੋਈ ਚੀਜ਼ ਵਿੱਚ ਟਾਈਮ ਲੱਗਦਾ ਹੁੰਦਾ। ਕਿਤੇ ਕਹੋ ਜੀ ਹਾਂ ਬਸ ਰਾਤ ਨੂੰ ਬਾਣੀ ਪੜ੍ਹਨ ਸਵੇਰ ਨੂੰ ਮੇਰੀ ਕਿਸਮਤ ਬਦਲ ਜਾਏ, ਨਹੀਂ, ਸਮਾਂ ਲੱਗੇਗਾ। ਲੱਗੇ ਰਹਿਣਾ ਇਹ ਕਿਹੜਾ ਕੋਈ ਮਾੜਾ ਕੰਮ ਹੈ ਜੀ। ਬਾਣੀ ਪੜ੍ਹਦੇ ਰਹੋ, ਨਾਮ ਜਪਦੇ ਰਹੋ, ਆਪਣੀ ਕਿਰਤ ਕਰਦੇ ਰਹੋ, ਬਾਣੀ ਪੜ੍ਹਦੇ ਰਹੋ, ਨਾਮ ਜਪਦੇ ਰਹੋ, ਆਪੇ ਪਰਮਾਤਮਾ ਕਿਰਪਾ ਕਰ ਦੇਗਾ। ਸੋ ਸਤਿਕਾਰਯੋਗ ਸਾਧ ਜੀ, ਸਮਾਂ ਹੋ ਗਿਆ। ਕਥਾ ਵਾਰਤਾ ਕਰਦੇ ਨੇਕਾ ਭੁੱਲ ਚੁੱਕਾ ਹੋ ਗਈ। ਹੁਣ ਦਾਸ ਖਿਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।